ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ, ਭਈ ਕੋਈ ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ। ਪਿਆਰੇ ਸਤਿ ਬਾਪ, ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਦੇ ਹਾਂ। ਪਿਆਰੇ ਪ੍ਰਭੂ ਜੀ, ਤੁਹਾਡਾ ਸਿੱਖਿਆ ਵਚਨ ਜੀਵਨ 'ਚ ਕੰਮ ਕਰੇ ਤੁਹਾਡੇ, ਔਰ ਆਪਣੇ ਜੀਵਨ 'ਚ ਸੁਧਾਰ ਲੈ ਕੇ ਹੁਣ ਵਿੱਚ ਹਰ ਵਿਅਕਤੀ ਪਿਆਰੇ ਪ੍ਰਭੂ ਜੀ ਤਿਆਰ ਹੋ ਜਾਏ। ਪ੍ਰਭੂ ਪਰਮੇਸ਼ਰ, ਮੈਂ ਤੁਹਾਡੇ ਹੱਥ ਵਿੱਚ ਅੱਜ ਦੀ ਸੇਵਕਾਈ ਨੂੰ ਸੌਂਪਦਾ, ਪਵਿੱਤਰ ਆਤਮਾ ਦੇ ਵਸੀਲੇ ਨਾਲ ਚਲਾਓ। ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਤੁਹਾਡਾ ਪਵਿੱਤਰ ਨਾਮ ਲੈ ਕੇ ਅਸੀਂ ਮੰਗ ਲੈਂਦੇ ਹਾਂ। ਆਮੀਨ ਆਮੀਨ। तो परमेश्वर ਦੇ ਵਚਨ ਪੜਿਆ ਕਿ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ, ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਕੋਈ ਡਿੱਗ ਨਾ ਪਵੇ। तो ਜੋ ਵਿਅਕਤੀ ਪਰਮੇਸ਼ਰ ਦੇ ਵਿੱਚ ਵਚਨ ਦੀ ਆਗਿਆ ਨੂੰ ਮੰਨਦਾ ਆ ਔਰ ਆਪਣੇ ਜੀਵਨ 'ਚ ਪਰਮੇਸ਼ਰ ਨੂੰ ਪਹਿਲਾ ਸਥਾਨ ਦੇ ਕੇ ਚੱਲਦਾ ਆ, ਉਹ ਵਿਅਕਤੀ ਆਪਣੇ ਜੀਵਨ 'ਚ ਯਤਨ ਕਰ ਰਿਹਾ ਆ। ਇਸ ਕਰਕੇ ਮਸੀਹ ਜੀਵਨ ਐਸਾ ਨਹੀਂ ਹੈ ਕਿ ਬਸ ਸੰਗਤੀ ਕਰ ਲਈ, ਥੋੜੀ ਪ੍ਰਾਰਥਨਾ ਕਰ ਲਈ। ਮਸੀਹ ਜੀਵਨ 'ਚ ਬਹੁਤ ਜ਼ਿਆਦਾ ਇੱਕ ਵਿਅਕਤੀ ਨੂੰ ਯਤਨ ਕਰਨਾ ਪੈਂਦਾ ਆ, ਕਿਉਂਕਿ ਸੰਸਾਰ 'ਚ ਪਾਪ ਭਰੇ ਸੰਸਾਰ 'ਚ ਮਨੁੱਖ ਰਹਿ ਰਿਹਾ ਆ, ਔਰ ਮਨੁੱਖ ਦਾ ਜਿਹੜਾ ਪ੍ਰਾਣ ਆ ਉਹ ਸੰਸਾਰ ਦਾ ਸੁੱਖ ਚਾਹੁੰਦਾ ਆ, ਸੰਸਾਰ ਦੀ ਖੁਸ਼ੀ ਚਾਹੁੰਦਾ ਆ, ਸੰਸਾਰ ਦੀਆਂ ਹੀ ਵਸਤੂਆਂ ਦੇ ਨਾਲ ਉਹਦਾ ਲਗਾਓ ਆ। ਲੇਕਿਨ ਜਿਹੜਾ ਵਿਅਕਤੀ ਪ੍ਰਭੂ ਵਿੱਚ ਆਪਣੇ ਜੀਵਨ ਦੇ ਤਿਆਰੀ ਕਰਦਾ, ਯਤਨ ਕਰਦਾ ਕਿ ਮੈਂ ਇਸ ਸੰਸਾਰ ਨੂੰ ਆਪਣੇ ਜੀਵਨ 'ਚ ਨਹੀਂ ਆਉਣ ਦੇਣਾ, ਇਸ ਕਰਕੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਪੜਾਂਗੇ ਪਹਿਲਾ ਪਤਰਸ 2 ਅਧਿਆਏ उसका 11 वचन तो पढ़िए। हे प्यारिओ, मैं तुहाडे अगे बेनती करदा हां, भई तुसी परदेसी ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ, ਜਿਹੜੀ ਜਾਨ ਨਾਲ ਲੜਦੀਆਂ ਹਨ। हिंदी जो भी पढ़ना। हे प्रियो, मैं तुमसे विनती करता हूँ कि तुम अपने आप को परदेसी और यात्री जानकर उन संसारिक अभिलाषों से जो आत्मा से युद्ध करती हैं बचे रहो। बचे रहो। ਇਹ ਕੀ ਕਰਦੀਆਂ ਨੇ? ਸਾਡੇ ਆਤਮਾ ਜਾਂ ਪ੍ਰਾਣ ਨਾਲ ਕੀ ਕਰਦੀਆਂ ਨੇ? ਯੁੱਧ ਕਰਦੀਆਂ ਹੈ। ਪ੍ਰਾਣ ਕਹਿੰਦਾ ਆ ਮੇਰੀ ਮਰਜ਼ੀ ਨੂੰ ਪੂਰਾ ਕਰ, ਤੇ ਪਵਿੱਤਰ ਆਤਮਾ ਕੀ ਬੋਲਦਾ ਆ? ਮੇਰੀ ਮਰਜ਼ੀ ਨੂੰ ਪੂਰਾ ਕਰ। ਹੁਣ ਜਿਹੜਾ ਯਤਨ ਕਰੇਗਾ ਉਹ ਵਿਅਕਤੀ ਕੀ ਕਰੇਗਾ? ਆਪਣੇ ਪ੍ਰਾਣ ਦੀ ਗੱਲ ਨਹੀਂ ਮੰਨੇਗਾ ਹੈ। ਉਹ ਕਹੇਗਾ ਕਿ ਨਹੀਂ, ਪ੍ਰਾਣ ਨੂੰ ਮੈਂ ਖੁਸ਼ ਕੀਤਾ ਤੇ ਮੇਰਾ ਪ੍ਰਾਣ ਤੇ ਆਤਮਾ ਨਰਕ 'ਚ ਚਲੇ ਜਾਏ। ਇਸ ਕਰਕੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਇਹ ਕੀ ਆ? ਸਾਡੇ ਨਾਲ ਯੁੱਧ ਕਰਦੀਆਂ ਨੇ, ਲੜਦੀਆਂ ਨੇ ਹੈ। ਉਹਦਾ ਸਬੂਤ ਕੀ ਆ ਹੈ? ਦੁਬਾਰਾ ਪੜਨਾ ਇੱਕ ਵਾਰੀ ਪੰਜਾਬੀ 'ਚ, ਫੇਰ ਮੈਂ ਦੱਸਣਾ ਮੈਨੂੰ। हे प्यारिओ,
ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਦੇਸੀ ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ। ਜਿਹੜੀਆਂ ਜਾਨ ਨਾਲ ਕੀ ਲੜਦੀਆਂ, ਕੀ ਕਰਦੀਆਂ, ਲੜਦੀਆਂ ਨੇ। ਤੇ ਜਦੋਂ ਲੜਦੀਆਂ ਨੇ ਤੇ ਕਿਸ ਤਰ੍ਹਾਂ ਪਤਾ ਲੱਗਦਾ ਹੈ? ਹੈ ਕਿੱਦਾਂ ਪਤਾ ਲੱਗਦਾ ਹੈ? ਹਾਂਜੀ, ਜਦੋਂ ਕੀ ਕਰਦੀਆਂ ਨੇ, ਇੱਕ ਵਿਅਕਤੀ ਆਪਣੀ ਕਾਮਨਾ ਨੂੰ ਕੀ ਕਰ ਲੈਂਦਾ ਆ, ਪੂਰਾ ਕਰਦਾ ਹੈ। ਕਈ ਵਾਰੀ ਆਦਮੀ ਔਰਤ ਦੀ ਲੜਾਈ ਹੋ ਜਾਂਦੀ ਹੈ ਨਾ, ਉਹ ਲੜਾਈ ਹੋਣ ਦਾ ਕਾਰਨ ਕੀ ਹੈ? ਕਾਮਨਾ ਆ ਅੰਦਰ, ਉਹ ਕਾਮਨਾ ਨੂੰ ਕੀ ਕਰਨਾ ਆ, ਪੂਰਾ ਕਰਨਾ ਹੈ। ਔਰਤ ਕਹੇਗੀ ਆਹ ਚੀਜ਼ ਚਾਹੀਦੀ ਆ, ਤੇ ਉਦੋਂ ਕੀ ਆ, ਉਹ ਔਰਤ ਨਹੀਂ ਕਹਿ ਰਹੀ, ਉਹਦੀ ਕਾਮਨਾ ਕਹਿ ਰਹੀ ਹੈ, ਉਸਦਾ ਪ੍ਰਾਣ ਕਹਿ ਰਿਹਾ ਹੈ। ਇਹ ਕੀ ਆ, ਸੰਸਾਰ ਦੇ ਵਿੱਚ ਜੋ ਵੀ ਵਸਤੂਆਂ ਹੈਗੀਆਂ ਨੇ, ਇਹ ਸਾਡੀ ਜਾਨ ਨਾਲ ਕੀ ਕਰਦੀਆਂ ਨੇ। ਇਧਰ ਵੀ ਹੱਥ ਰੱਖਣਾ। ਪੜਨਾ ਵਚਨ ਨੂੰ ਪੜਿਆ ਸੀ, ਪਹਿਲਾ ਕਰੰਥੀ 7 ਅਧਿਆਇ ਦਾ 31 ਵਚਨ। ਅਤੇ ਸੰਸਾਰ ਨੂੰ ਵਰਤਣ ਵਾਲੇ ਕੀ ਜਾਣੀਦਾ ਹੱਦੋਂ ਵਧੇਕ ਨਹੀਂ ਵਰਤਦੇ, ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ है। हिंदी जी पढ़ना। और इस संसार के साथ व्यवहार करने वाले ऐसे हों कि संसार ही के ना हो ले, बोले क्योंकि इस संसार की रीति और व्यवहार बदलते जाते हैं। हाँ। ये तो बदलते जाते हैं। अही संसार च रहना आ, पर संसार च रह के की नहीं करना, अपनी कामना पूरी नहीं करनी, इच्छा नहीं पूरी करनी है। इस करके जदों साडी कामना, तुसीं वेख्या ना, एक शराबी जिहड़ा आ, जदों नूं शामां नूं पैंदियां ना शामां, तो शराब पीण दे लई की करदा आ है, वो जिन्ना तक पी नहीं लैंदा उन्नी देर तक ਉਹਦਾ ਪ੍ਰਾਣ ਜਿਹੜਾ ਨਾ, ਉਹਦਾ ਆਤਮਾ ਜਿਹੜਾ ਆ, ਉਹ ਕੀ ਆ, ਉਹ ਸ਼ਾਂਤ ਨਹੀਂ ਹੁੰਦਾ। ਹਾਂਜੀ, ਇਸੇ ਤਰ੍ਹਾਂ ਹੀ ਸਾਡਾ ਪ੍ਰਾਣ ਜਾਂ ਸਾਡੀ ਆਤਮਾ ਜਿਹੜੀ ਆ, ਇਹਦੀ ਜਿੰਨਾ ਤੱਕ ਕਾਮਨਾ ਪੂਰੀ ਨਹੀਂ ਨਾ ਹੁੰਦੀ, ਉਨੀ ਦੇਰ ਤੱਕ ਹੈ ਸਾਡੇ ਚਿਹਰਾ ਮੁਰਝਾਇਆ ਹੋਇਆ ਹੋਵੇਗਾ, खुशी नहीं होएगी चेहरे। आप अच्छी तरह समझना। कई लोग कहते हैं जी अही बेविचार नहीं करते, अही शराब नहीं पींदे, अही किसी जगह ते मत्था नहीं टेकते, असी लंगर नहीं खाते हैं, पर ਉਹਦੇ ਨਾਲ भी बड़े पाप ने हैं, ਇਹ ਉਹਦੇ ਨਾਲੋਂ ਵੀ ਕੀ ਨੇ, बड़े पाप ने। इस करके मनुख की करदा आ, ਉਹਦੀ ਜਾਨ ਨਾਲ ਲੜਦੀਆਂ ਨੇ ਚੀਜ਼ਾਂ, ਵੀ ਤੂੰ ਆਹ ਕੰਮ ਕਰ, ਤੂੰ ਆਹ ਕੰਮ ਕਰ। ਇਸ ਕਰਕੇ ਜਿਹੜਾ ਵਚਨ ਨੂੰ ਸਮਝ ਕੇ ਚੱਲਦਾ ਆ, ਉਹ ਵਿਅਕਤੀ ਜਿਹੜਾ ਆ, ਉਹ ਲੜਦਾ ਆ ਤੇ ਉਹ ਕਾਮਨਾ ਨੂੰ ਉਹਦੀ ਪੂਰੀ नहीं करना। इस करके दोबारा पढ़ना, पहला पत्रस 2 ਦਾ 12-11 वचन। हे प्यारिओ, मैं ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਾਈ ਤੁਸੀਂ ਪਰਦੇਸੀ ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ। ਲੜਦੀਆਂ ਕਿਹੜੀਆਂ ਚੀਜ਼ਾਂ? ਜਿਹੜੀਆਂ ਸੰਸਾਰ 'ਚ ਨੇ।
अब अच्छी तरह समझना, रोटी रज के ना मिले है, लेकिन जेड़ा ना दुनिया दियां किन्नियां चीज़ां ने जिन्ना वो नहीं ना मिलदियां ते वो की आ जान नाल लड़दियां ने है। अज तो 50 साल पिछे चल जाओ ते किसे नूं इन्ना लाउण पाउण दा नहीं हुंदा। हाँ जी, लेकिन अज वेखो ते पहला लोकी उदा ही मेहंदी फड़नी ते हत्थां नूं ला लैनी, सारे हत्थ लपेड़े होने, ते हुण कामना वधदी जांदी, हुण इत्थों तक मोढियां तक। हाँ जी, क्योंकि कामना वध गई है। कि सही किसे नालों की नहीं आ, घट नहीं है। इस करके परमेश्वर दे वचन च फिर पढ़ांगे अगे 12 वचन, ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ। अपनी चाल नू की रखो, नेक रखो। पराइयां कोमां च की रखो, अपनी चाल ਨੇਕ ਰੱਖੋ। नेक रखो। कई कहते नहीं जी असीं शराब नहीं पींदे, असीं बाबियां दे नहीं जांदे, असीं मत्था नहीं टेकदे, असीं लंगर नहीं खांदे हैं, ते पराइयां कोमां च अपनी चाल है नेक नहीं है जी। तो तुही थोड़ा सोचो, जेड़ा व्यक्ति इस वचन दे अनुसार पाप कर रहा आ, उसकी जिंदगी च प्रभु की किन्नी क आशीष होगी, किन्नी क कृपा होगी उहदे है। इस करके लिखिया, अते पराइयां कोमां विच अपनी चाल की रखो, नेक रखो है। असीं कहते ना फलाने दी जनानी, फलाने दी नूंह, फलाने दा बंदा बड़ा नेक है। इदां ही साडे बारे की बोलना है, अपनी चाल की रखो, नेक रखो। फिर अगे, ਭਾਈ ਜਿਸ ਗੱਲ ਵਿੱਚ ਉਹ ਤੁਹਾਨੂੰ ਬਰਿਆਰ ਜਾਣ ਕੇ जिस गल विच तुहानू बरियार जान के ਤੁਹਾਡੇ ਵਿਰੁੱਧ ਬੋਲਦੇ ਹਨ, तुहाडे विरुद्ध की करदे ने, ਬੋਲਦੇ बोलदे ਹਨ, ने हैं, वो तुहाडे विरुद्ध की करदे आ, बोलदे आ, तारीफ नहीं करदे। ਤੁਹਾਡੇ ये नहीं कहते बड़े नेक ने हैं। इस करके परमेश्वर दे वचन नू अच्छी तरह समझना, वो तुहाडे विरुद्ध की करदे आ, बोलदे हैं। फिर अगे, ਉਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ, ਉਸ ਦਿਨ ਜਦ ਉਹਨਾਂ ਤੇ ਦਇਆ ਦ੍ਰਿਸ਼ਟੀ ਹੋਵੇ ਪਰਮੇਸ਼ਰ ਦੀ ਵਡਿਆਈ ਕਰਨ। ਹੁਣ ਉਹਨਾਂ ਦੇ ਉੱਤੇ ਸਾਡੇ ਪਿੰਡ 'ਚ ਜਿਹੜੇ ਨੇ ਸਾਡੀ ਬੁਰਾਈ ਕਰਦੇ ਆ, ਜੇ ਸਾਡੇ ਜੀਵਨ ਤੋਂ ਚੰਗੇ ਕੰਮ ਵੇਖਣਗੇ ਨਾ ਤੇ ਉਹ ਸਾਡੇ ਪਰਮੇਸ਼ਰ ਦੀ ਵਡਿਆਈ ਕਰਨਗੇ। ਮੈਂ ਜਦੋਂ ਘਰ ਗਿਆ, ਰੈਂਬੋ ਵੀ ਮੇਰੇ ਨਾਲ ਹੀ ਘਰ ਹੀ ਗਿਆ, ਮੈਂ ਕਿਹਾ ਰੈਂਬੋ ਜਾ, ਜਿਹੜੀ ਦੁਕਾਨ ਤੋਂ ਮੇਰੀ ਮਾਂ ਸੌਦਾ ਲੈਂਦੀ ਹੈ ਨਾ, ਉਹਨੂੰ ਪੁੱਛ ਵੀ ਤੇਰੇ ਕਿੰਨੇ ਪੈਸੇ ਆ ਜਮਾ ਜਿਹੜੇ ਆ। ਕਈ ਵਾਰੀ ਉੱਤੇ ਲਈ ਜਿਹੜੇ ਪੈਸੇ ਹੁੰਦੇ ਸੀ ਉਹ ਰਹਿ ਜਾਂਦੇ ਤੇ ਪਤਾ ਨਹੀਂ ਉਹ ਕਿੰਨੇ ਹੋ ਗਏ। ਮੈਂ ਰੈਂਬੋ ਨੂੰ ਕਿਹਾ ਪਹਿਲਾਂ ਦੇ ਕੇ ਆ, ਸੌਦਾ ਜਿਹੜਾ ਲੈਣਾ ਉਹ ਬਾਅਦ ਚ ਵੇਖਾਂਗੇ। ਉਹ ਕਹੀ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਬਾਅਦ ਚ ਆ ਕਰਨਗੇ। ਮੈਂ ਕਿਹਾ ਨਾ, ਮੈਂ ਕੱਲ ਦੀ ਇਹਨੂੰ ਵਿੱਕੀ ਨੂੰ ਬੜਾ ਡਾਂਟਿਆ। 3400 ਰੁਪਏ ਦੀ ਸਬਜ਼ੀ ਲਿਆਂਦੀ ਮੰਡੀੋਂ ਹੈ। मैं उसनू बोलिया कि फोन किया कि मेरे को आके पैसे लै जा। मैं अपनी मां नू उदों चुकना आ जदों सारा खर्चा जिहड़ा इहदा मैं पैसे जिहड़े दे दांगा। वो भी आया नहीं, मैनू भी चेता भुल गया
ਹੈ। ਬਾਅਦ ਚ ਉਹਨੂੰ ਮੈਂ ਕਿੰਨਾ ਡਾਂਟਿਆ ਹੈ। ਇਹ ਚੀਜ਼ਾਂ ਦਾ ਦੂਸਰਿਆਂ ਤੇ ਕੀ ਪੈਂਦਾ, ਇੱਕ ਬੜਾ ਪ੍ਰਭਾਵ ਪੈਂਦਾ ਹੈ। ਛੋਟਾ ਭਰਾ ਜਿਹੜਾ ਅਭੀ ਦਾ ਪਾਪਾ ਸੀ, ਉਹਦੀ ਡੈਥ ਹੋ ਗਈ। ਏਦਾਂ ਹੀ ਪ੍ਰਚਾਰ ਕਰਨ ਡਿਆ, ਬੱਗੇ ਨੇ ਆ ਕੇ ਦੱਸਿਆ, ਤਾਏ ਦੇ ਮੁੰਡੇ ਨੇ, ਰੋਂਦਾ ਆਏ। ਮੈਂ ਕਿਹਾ ਜਿੱਦਾਂ ਆਇਆ ਉੱਦਾਂ ਹੀ ਚਲ ਜਾ ਵਾਪਸ। ਪ੍ਰਾਰਥਨਾ ਸਮਾਪਤ ਕੀਤੀ, ਵਚਨ ਪ੍ਰਚਾਰ ਕਰਨ ਡਿਆ। ਇਹ ਨਹੀਂ ਕਿ ਜਲਦਬਾਜ਼ੀ ਨਾਲ ਪ੍ਰਚਾਰ 1 ਘੰਟਾ ਕੀਤਾ, ਰੋਟੀ ਖਾਧੀ, ਫਿਰ ਮੈਂ ਆਰਾਮ ਨਾਲ ਘਰ ਗਿਆ। ਅਗਲੇ ਦਿਨ ਐਤਵਾਰ ਹੀ ਥੱਲੇ ਕਮਰੇ 'ਚ ਰੱਖ ਕੇ ਲਾਸ਼ ਨੂੰ ਮੈਂ ਕਿਹਾ ਚਲੋ ਸਾਰੇ ਉੱਪਰ ਜਾ ਕੇ ਪ੍ਰਾਰਥਨਾ 'ਚ ਬੈਠੋ। 10:30 ਸ਼ੁਰੂ ਕਰਦੇ ਹਾਂ, 9 ਵਜੇ ਪ੍ਰਾਰਥਨਾ ਸ਼ੁਰੂ ਕੀਤੀ। ਪ੍ਰਾਰਥਨਾ ਸਮਾਪਤ ਕਰਕੇ ਫਿਰ ਉਸ ਨੂੰ ਕੀ ਕੀਤਾ, ਫਿਰ ਉਹਨੂੰ ਦਫਨਾਈ ਨਹੀਂ ਖੜਿਆ। ਲੋਕ ਕਹਿੰਦੇ ਅਸੀਂ ਆਪਣੇ ਜੀਵਨ 'ਚ ਇਹ ਚੀਜ਼ ਪਹਿਲੀ ਵਾਰੀ ਵੇਖੀ ਹੈ। ਹੁਣ ਵੀ ਹੈ, ਸਾਰੇ ਸ਼ਾਂਤ ਬੈਠੇ ਹੀ। ਇਸ ਕਰਕੇ ਜਿਹੜਾ ਬਚਨ ਨੂੰ ਸਮਝ ਕੇ ਚੱਲਿਆ ਤੇ ਜਿਹੜਾ ਬਚਨ ਨੂੰ ਸਮਝਦਾ ਹੈ ਉਹ ਰੋਂਦਾ ਪਿੱਟਦਾ ਨਹੀਂ ਹੈ। ਮੈਂ ਪ੍ਰਭੂ ਦੇ ਅੱਗੇ ਪਹਿਲਾਂ ਹੀ ਪ੍ਰਾਰਥਨਾ ਕੀਤੀ, ਪ੍ਰਭੂ ਮੇਰੀ ਅੱਖ 'ਚ ਇੱਕ ਆਂਸੂ ਵੀ ਨਹੀਂ ਆਉਂਦਾ। ਕਿਉਂ? ਕਿਉਂਕਿ ਇਸ ਵਚਨ ਦਾ ਮੈਂ ਪ੍ਰਚਾਰ ਕਰਦਾ ਹਾਂ, ਤੇ ਜੇ ਮੈਂ ਹੀ ਰੋਵਾਂਗਾ ਤੇ ਫਿਰ ਇਹਦਾ ਮਤਲਬ ਮੈਨੂੰ ਵੀ ਕੀ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਇਸ ਕਰਕੇ ਸਾਡੇ ਜੀਵਨ ਦਾ ਚੰਗਾ ਕੀ ਆ ਨਮੂਨਾ ਕਿਸੇ ਨੂੰ ਦੇਣਾ ਹੈ। ਇਹ ਨਹੀਂ ਆ ਕਿ ਮਤਲਬ ਕੀ ਆ ਕਿ ਨਹੀਂ ਮੈਨੂੰ ਨਾ ਫਿਰ ਫਲਾਣਾ ਯਾਦ ਆ ਗਿਆ ਤੇ ਮੈਨੂੰ ਰੋਣ। ਬਹੁਤੇ ਤੇ ਆਪਣੇ ਮਰੇ ਹੀ ਯਾਦ ਕਰਕੇ ਕੀ ਕਰਦੇ ਆ, ਆਪਣੀਆਂ ਹੀ ਸਮੱਸਿਆ ਨੂੰ ਯਾਦ ਕਰਕੇ ਰੋਂਦੇ ਆ। ਕੱਲ ਮੰਗਲਵਾਰ ਬੱਗੇ ਦੀ ਮਾਮਾ ਆ ਗਈ, ਉਹ ਵੈਣ ਪਾਉਣ ਲੱਗ ਪਈ। ਮੈਂ ਚੁੱਪ ਕਰਕੇ ਮੂੰਹ ਬੰਦ ਕਰ ਲਿਆ। ਮੈਂ ਕਿਹਾ ਇਹ ਪਾਪ 'ਚ ਨਹੀਂ ਮਰੀ, ਵਿਸ਼ਵਾਸ 'ਚ ਮਰੀ ਆ। ਮੈਂ ਕਿਹਾ ਬਹਿਣਾ ਬਹਿ, ਨਹੀਂ ਤੇ ਫਿਰ ਚੱਲ ਆਪਣੇ ਘਰ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਇਹ ਨਹੀਂ ਹੈ ਕਿ ਅਸੀਂ ਸ਼ਰਾਬ ਨਹੀਂ ਪੀਂਦੇ, ਅਸੀਂ ਬੀੜੀਆਂ ਨਹੀਂ ਪੀਂਦੇ, ਅਸੀਂ ਤੰਬਾਕੂ ਨਹੀਂ ਖਾਂਦੇ, ਅਸੀਂ ਵਿਚਾਰ ਨਹੀਂ, ਹੋਰ ਅਸੀਂ ਕਿੰਨੇ ਪਾਪ ਵਚਨ ਦੇ ਵਿਰੁੱਧ ਕਰਦੇ ਆ। ਉਹ ਕਾਮਨਾ ਜਿਹੜੀ ਆ ਸਾਨੂੰ ਦੂਸਰਿਆਂ ਲਈ ਠੋਕਰ ਦਾ ਕਾਰਨ ਆ, ਉਹ ਸਾਨੂੰ ਸਵਰਗ 'ਚ ਲੈ ਕੇ ਨਹੀਂ ਜਾਏਗੀ। ਇਸ ਕਰਕੇ ਅਸੀਂ ਵਚਨ ਨੂੰ ਸਮਝ ਕੇ ਚੱਲਾਂਗੇ, ਅਸੀਂ ਆਪਣੇ ਜੀਵਨ 'ਚ ਸੁਧਾਰ ਲੈ ਕੇ ਆਵਾਂਗੇ। ਇਸ ਕਰਕੇ ਲਿਖਿਆ ਰੋਮੀਓ ਦੀ ਪੱਤਰੀ 2 ਅਧਿਆਇ ਦਾ 24 ਵਚਨ। ਜਿਵੇਂ ਲਿਖਿਆ ਹੋਇਆ ਹੈ, ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। ਨਿੰਦਿਆ ਹੁੰਦੀ ਹੈ ਜਿਹਦੇ ਕਾਰਨ ਪਰਾਈਆਂ ਕੌਮਾਂ 'ਚ ਪਰਮੇਸ਼ਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਸਮਝ ਕੇ ਚੱਲਾਂਗੇ, ਅਸੀਂ ਆਪਣੇ ਜੀਵਨ 'ਚ ਕੀ ਆ ਸੁਧਾਰ ਲੈ ਕੇ ਆਣਾ। ਮੈਨੂੰ ਪ੍ਰਭੂ ਨੇ ਕਾਹਦੇ ਲਈ ਚੁਣਿਆ ਹੈ, ਇਧਰ ਹੱਥ ਰੱਖਣਾ। ਪੜ੍ਹਨਾ ਪਹਿਲਾ ਕਰੰਥੀ 6 ਦਾ 19 ਤੇ 20 ਵਚਨ। ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ, ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ, ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ, ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ,
ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਸਾਡਾ ਸਰੀਰ ਕਾਹਦੇ ਲਈ ਆ? ਪਰਮੇਸ਼ਰ ਦੀ ਮਹਿਮਾ ਦੇ ਲਈ ਖੂਨ ਦੇ ਕੇ ਖਰੀਦ ਲਿਆ ਹੈ। ਲੇਕਿਨ ਇਸ ਪ੍ਰਭੂ ਯਿਸੂ ਦੇ ਖੂਨ ਦੇ ਖਰੀਦੇ ਹੋਏ ਸਰੀਰ 'ਚ ਅਸੀਂ ਯਤਨ ਕਾਹਦਾ ਕਰਨ ਦੇ ਆ? ਸੰਸਾਰ ਦੀਆਂ ਵਸਤੂਆਂ ਨੂੰ ਆਪਣੇ ਅੰਦਰ ਲੈ ਕੇ ਆਉਣਾ, ਸੰਸਾਰ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਜਦੋਂ ਸਮਝ ਕੇ ਚੱਲਾਂਗੇ ਨਾ, ਅਸੀਂ ਕਹਾਂਗੇ ਮੇਰਾ ਸਰੀਰ ਪਰਮੇਸ਼ਵਰ ਦਾ ਕੀ ਆ? ਮੰਦਰ ਆ। ਇਹਦੇ ਦੁਆਰਾ ਕੀ ਹੋਣੀ ਆ? ਮੇਰੇ ਪ੍ਰਭੂ ਦੀ ਮਹਿਮਾ ਹੋਣੀ ਆ। ਮੇਰੇ ਸਰੀਰ ਦੇ ਦੁਆਰਾ ਮੇਰੇ ਪਰਮੇਸ਼ਵਰ ਦੀ ਕੀ ਨਹੀਂ ਹੋਣੀ ਹੈ? ਨਿੰਦਾ ਨਹੀਂ ਕਿਸੇ ਨੇ ਕਰਨੀ ਹੈ, ਬਦਨਾਮੀ ਨਹੀਂ ਕਰਨੀ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਜਦੋਂ ਸਮਝ ਕੇ ਚੱਲੋਗੇ ਨਾ, ਹੁਣ ਮੈਂ ਗੋਪੀ ਦਾ ਨਿਕਾਹ ਕਿਉਂ ਨਹੀਂ ਪੜਿਆ? ਜੇ ਮੈਂ ਉੱਥੇ ਪੜਦਾ ਨਾ ਤੇ ਲੋਕਾਂ ਨੇ ਤੜਫ ਉੱਠਣਾ ਹੈਗਾ। ਕਰਾਂਗਾ ਕਿਤੇ ਪ੍ਰਭੂ ਨੇ ਚਾਹਿਆ ਕਿ ਵਿਸ਼ਵਾਸੀ ਲੜਕੀ ਤੇ ਵਿਸ਼ਵਾਸੀ ਲੜਕਾ ਹੋਏਗਾ, ਕਿਉਂਕਿ ਨਾ ਵਿਸ਼ਵਾਸੀ ਲੜਕਾ ਤੇ ਨਾ ਵਿਸ਼ਵਾਸੀ ਲੜਕੀ, ਤੇ ਸਿੱਖਿਆ ਕਿਹਨੂੰ ਦੇਣੀ ਹੈ ਵਚਨ ਦੀ? ਸੰਸਾਰ ਤੇ ਦੋਨਾਂ ਪਰਿਵਾਰਾਂ 'ਚ ਹੀ ਵੜਿਆ ਹੈ, ਤੇ ਸਿੱਖਿਆ ਕਿਹਦੇ ਲਈ ਆ? ਲੜਕੀ ਵੀ ਵਿਸ਼ਵਾਸੀ ਆ ਤੇ ਲੜਕਾ ਵੀ ਵਿਸ਼ਵਾਸੀ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਜਦੋਂ ਸਮਝ ਕੇ ਚੱਲਾਂਗੇ, ਇਸ ਕਰਕੇ ਮੈਨੂੰ ਪ੍ਰਭੂ ਦੇ ਆਤਮਾ ਨੇ ਬੋਲਿਆ ਨਹੀਂ ਨਿਕਾਹ ਪੜ੍ਹਨਾ। ਇਸ ਤੋਂ ਮੈਂ ਨਿਕਾਹ ਪੜਦਾ ਨਾ ਤੇ ਮੈਂ ਪੈਲਸ 'ਚ ਪੜਨਾ ਹੈ ਕਿ ਸਭ ਲੋਕ ਕੀ ਕਰਦੇ? ਪ੍ਰਭੂ ਦਾ ਵਚਨ ਸੁਣਦੇ। ਮੈਨੂੰ ਇਹ ਫੀਸ ਨਾਲ ਮਤਲਬ ਨਹੀਂ, ਤਾਂ ਕਿ ਸਭ ਲੋਕ ਕੀ ਕਰਦੇ? ਜਿਨ੍ਹਾਂ ਦਾ ਵਿਆਹ ਆ ਉਹ ਵੀ ਵਚਨ ਸੁਣਦੇ, ਜਿਨ੍ਹਾਂ ਦਾ ਹੋ ਗਿਆ ਆ ਉਹ ਵੀ ਸੁਣਦੇ, ਤੇ ਜਿਨ੍ਹਾਂ ਦਾ ਹੋਣਾ ਹੈ ਅਜੇ ਉਹ ਵੀ ਵਚਨ ਨੂੰ ਸੁਣਦੇ ਕਿ ਇੱਕ ਪਤੀ ਪਤਨੀ ਦੀ ਜ਼ਿੰਮੇਵਾਰੀ ਕੀ ਹੈ। ਇਸ ਕਰਕੇ ਅਸੀਂ ਤੇ ਚੱਲਣ ਦੇ ਆ ਸੰਸਾਰ 'ਚ, ਅਸੀਂ ਪਰਮੇਸ਼ਰ ਨੂੰ ਥੋੜੀ ਖੁਸ਼ ਕਰਕੇ ਚੱਲ ਰਹੇ ਹਾਂ, ਸੰਸਾਰ ਨੂੰ ਖੁਸ਼ ਕਰ। ਇਸ ਕਰਕੇ ਅਸੀਂ ਜਦੋਂ ਵਚਨ ਨੂੰ ਸਮਝ ਕੇ ਚੱਲਾਂਗੇ, ਕਹੀਂ ਪਰਮੇਸ਼ਰ ਦੇ ਦਾਸ ਦੀ ਅਗਵਾਈ ਲਾਂਗੇ ਹਰ ਗੱਲ 'ਚ, ਹਰ ਕੰਮ 'ਚ ਪ੍ਰਭੂ ਦੇ ਦਾਸ ਦੀ ਅਗਵਾਈ ਹੋਵੇ। ਪ੍ਰਭੂ ਦੇ ਦਾਸ ਦੀ ਅਗਵਾਈ ਸਮਝੋ ਪਰਮੇਸ਼ਰ ਦੀ ਅਗਵਾਈ। ਇਸ ਕਰਕੇ ਸੰਸਾਰ 'ਚ ਚੱਲਦੇ ਸਮੇਂ ਅਸੀਂ ਵਚਨ ਨੂੰ ਸਮਝ ਕੇ ਚੱਲੀਏ, ਤੇ ਸਾਡਾ ਸਰੀਰ ਕਿਸੇ ਨੇ ਮੁੱਲ ਲੈ ਲਿਆ ਆ, ਖੂਨ ਦੇ ਕੇ ਖਰੀਦ ਲਿਆ ਆ, ਪਰ ਅਸੀਂ ਕੀ ਆ ਅਜੇ ਵੀ ਆਪਣਾ ਸਮਝ ਕੇ ਸੰਸਾਰ ਨੂੰ ਜੀਵਨ 'ਚ ਲੈ ਕੇ ਕੀ ਆ ਸੰਸਾਰ 'ਚ ਚੱਲ ਰਹੇ ਆ। ਇਸ ਕਰਕੇ ਜਿਹੜਾ ਵਚਨ ਸਮਝੇਗਾ ਨਾ, ਉਹ ਪ੍ਰਭੂ ਦੀ ਕੀਮਤ ਦੇਗਾ। ਲੋਕਾਂ ਨੇ ਮੈਨੂੰ ਨਹੀਂ, ਮੇਰੇ ਪ੍ਰਭੂ ਨੂੰ ਲੋਕਾਂ ਨੇ ਦੇਖਣਾ ਹੈ। ਇਸ ਕਰਕੇ ਯਿਸੂ ਬੋਲਦੇ ਤੁਸੀਂ ਧਰਤੀ ਦੇ ਕੀ ਜੇ? ਨਮਕ। ਨਮਕ ਜਿਹਦੇ ਜੀਵਨ 'ਚ ਜਿਹੜੀ ਚੀਜ਼ 'ਚ ਪੈ ਜਾਂਦਾ ਨਾ, ਉਹਦਾ ਕੀ ਬਦਲ ਦਿੰਦਾ ਆ। ਤੇ ਸਾਡਾ ਜੀਵਨ ਨਮਕ ਹੈ ਹੀ ਨਹੀਂ ਆ। ਸਾਡਾ ਜੀਵਨ ਤੇ ਕੀ ਆ? ਲੋਕਾਂ ਦੇ ਪੈਰਾਂ ਥੱਲੇ ਲਿਟਣ ਵਾਲਾ ਜੀਵਨ ਆ। ਇਸ ਕਰਕੇ ਲਿਖਿਆ ਜੇ ਨਮਕ ਵਿਗੜ ਜਾਏ ਤੇ ਉਹ ਕਿਸੇ ਵਿਦ ਸਲੂਣਾ, ਫਿਰ ਉਹ ਇੱਕ ਹੀ ਆ ਕਿ ਉਹ ਲੋਕਾਂ ਦੇ ਪੈਰਾਂ ਥੱਲੇ ਮਿੱਧਣ ਦੇ ਯੋਗ ਆ। ਇਸ ਕਰਕੇ ਸੰਸਾਰ 'ਚ ਚੱਲਦੇ ਸਮੇਂ ਅਸੀਂ ਆਪਣੇ ਜੀਵਨ ਦੇ ਉੱਤੇ ਗੌਰ ਕਰਕੇ ਦੇਖੀਏ। ਗੈਰ ਵਿਸ਼ਵਾਸੀ ਨੇ ਤੇ ਸਭ ਕੁਝ ਕਰਨਾ ਹੈ, ਉਹਦੇ ਲਈ ਜਾਇਜ਼ ਵੀ ਆ, ਲੇਕਿਨ ਵਿਸ਼ਵਾਸੀ ਵੀ ਉਹ ਸਾਰਾ ਕੁਝ ਕਰੇ
ਤੇ ਕਿੰਨਾ ਪਰਮੇਸ਼ਰ ਕੀ ਹੁੰਦਾ ਆ, ਦੁਖੀ ਹੁੰਦਾ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਸਮਝ ਕੇ ਚੱਲਾਂਗੇ ਤੇ ਅਸੀਂ ਆਪਣੇ ਜੀਵਨ 'ਚ ਆਪਣੇ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਾਂਗੇ। ਮੈਨੂੰ ਚਾਹੇ ਕਿੰਨਾ ਵੀ ਕੋਈ ਬੁਰਾ ਬੋਲੇ ਹੈ, ਲੇਕਿਨ ਮੈਂ ਪ੍ਰਭੂ ਦੇ ਕੀ ਕਰਨਾ, ਆਪਣੇ ਜੀਵਨ 'ਚੋਂ ਮਹਿਮਾ ਦੇਣੀ ਹੈ। ਮੈਨੂੰ ਕਿੰਨਾ ਵੀ ਕੋਈ ਬੁਰਾ ਭਲਾ ਬੋਲੇ, ਕੋਈ ਟੈਨਸ਼ਨ ਹੈ, ਕਿਉਂਕਿ ਵਚਨ ਨੂੰ ਜਦੋਂ ਸਮਝ ਕੇ ਚੱਲਾਂਗੇ ਤਾਂ ਅਸੀਂ ਆਪਣੇ ਜੀਵਨ 'ਚ ਇਹ ਚੀਜ਼ ਨੂੰ ਕੰਮਾਂ ਦੇ ਦੁਆਰਾ ਪ੍ਰਗਟ ਕਰਕੇ ਚੱਲਾਂਗੇ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ। ਫਿਰ ਪੜ੍ਹੀਏ ਰੋਮੀਓ ਦੀ ਪੱਤਰੀ 10 ਅਧਿਆਏ ਉਹਦਾ 1 ਵਚਨ ਤੋਂ ਪੜ੍ਹੀਏ। हे ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ। ਅੱਗੇ 2 ਵਚਨ ਵੀ, ਮੈਂ ਉਹਨਾਂ ਦੀ ਸਾਖੀ ਵੀ ਭਰਦਾ ਹਾਂ, ਪਰ ਉਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ। ਨਹੀਂ। ਪਰਮੇਸ਼ਰ ਦਾ ਦਾਸ ਕਿਹਦੇ ਲਈ ਬੋਲ ਰਿਹਾ? ਯਹੂਦੀ ਲੋਕਾਂ ਲਈ, ਕਿਉਂਕਿ ਇਹ ਵੀ ਉਹਨਾਂ ਚੋਂ ਹੀ ਨਿਕਲ ਕੇ ਆਇਆ ਵਾ ਹੈ। ਇਸ ਕਰਕੇ ਕੀ ਬੋਲਦਾ? ਇਹ ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ। ਹਿੰਦੀ ਚ ਕਿਦਾਂ? ਉਹਨੂੰ ਪਤਾ ਹੀ ਨਹੀਂ ਲੱਗਾ ਬੈਠੇ ਨੂੰ। क्योंकि व्यवस्था जिससे आने वाली ਦੱਸਦਾ ਸ਼ੁਰੂ ਤੋਂ ਰੋਮੀਆਂ ਰਹਿੰਦੇ ਉਹਨਾਂ ਪੜ शुरू नहीं बस ਰਹਿੰਦੇ ਪੰਜਾਬੀ ਚ ਪੜ। हे ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ। ਮੈਂ ਉਹਨਾਂ ਦੀ ਸਾਖੀ ਵੀ ਭਰਦਾ ਹਾਂ, ਪਰ ਉਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ। ਸਾਨੂੰ ਅਣਖ ਹੈਗੀ ਆ ਸਾਡੇ ਅੰਦਰ, ਪਰ ਕੀ ਨਹੀਂ ਆ? ਸਮਝ ਨਾਲ ਨਹੀਂ। ਅਣਖ ਹੈਗੀ ਆ ਪਰ ਕੋਈ ਸਮਝ ਨਹੀਂ ਹੈਗੀ ਸਾਨੂੰ। ਇਸ ਕਰਕੇ ਪ੍ਰਭੂ ਦਾ ਦਾਸ ਆਪਣੀ ਕੌਮ ਲਈ ਕੀ ਕਰ ਰਿਹਾ? ਪਰਮੇਸ਼ਰ ਦੇ ਅੱਗੇ ਆਪਣੀ ਚਾਹਤ ਤੇ ਬੇਨਤੀ ਕਰਦਾ ਹੈ। ਪਰਮੇਸ਼ਰ ਦੇ ਅੱਗੇ ਪ੍ਰਭੂ ਇਹਨਾਂ ਦੇ ਵਿੱਚ ਅਣਖ ਤੇ ਹੈਗੀ ਆ, ਪਰ ਸਮਝ ਨਾਲ ਨਹੀਂ ਹੈ। ਇਹ ਸਮਝਦੇ ਨਹੀਂ ਆ ਕਿ ਪਰਮੇਸ਼ਰ ਦੀ ਮਰਜ਼ੀ ਕੀ ਹੈ, ਪਰਮੇਸ਼ਰ ਦੀ ਇੱਛਾ ਕੀ ਹੈ। ਫਿਰ ਅੱਗੇ 3 ਵਚਨ, ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ ਕਰਨ ਦਾ ਯਤਨ ਕਰਕੇ ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਵੇ। ਉਹ ਆਪਣੇ ਕੀ ਕਰਦੇ ਆ? ਆਪਣੇ ਧਰਮ ਨੂੰ ਕੀ ਕਰਦੇ ਆ? ਦ੍ਰਿੜ ਕਰਕੇ। ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਹੀ ਨਹੀਂ ਹੋਏ, ਪਰਮੇਸ਼ਰ ਦੇ ਅਧੀਨ ਹੋ ਕੇ ਨਹੀਂ ਚੱਲੇ। ਇਸ ਕਰਕੇ ਲਿਖਿਆ ਯਤਨ ਕਰਕੇ ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋ। ਉਹ ਆਪਣਾ ਹੀ ਯਤਨ ਕਰਨੇ ਕਿ ਅਸੀਂ ਆਪਣੀ ਕਾਮਨਾ, ਆਪਣੀ ਮਰਜ਼ੀ ਦੇ ਅਨੁਸਾਰ ਕੀ ਕਰਨਾ ਹੈ, ਆਪਣਾ ਜੀਵਨ ਬਤੀਤ ਕਰਕੇ ਚੱਲਣਾ ਹੈ। ਇਸ ਕਰਕੇ ਇੱਕ ਵਾਰੀ ਥਾਣੇਦਾਰ ਨੇ ਬੜੀ ਠੋਕਰ ਖਾਧੀ। ਕੱਲ ਵੀ ਮੈਨੂੰ ਬੜਾ ਇੱਕ ਗੱਲ ਦਾ ਦੁੱਖ ਲੱਗਾ ਹੈ। ਉੱਦਾਂ ਰਾਣੀ ਤੇ ਉਹਦੇ ਲਾਗੇ ਬੜੀ ਬਵੇਗੀ ਹੈ, ਬੜਾ ਹਾਲ ਚਾਲ ਪੁੱਛੇਗੀ। ਕੱਲ ਉਹ ਵਿਚਾਰੀ ਕੱਲੀ ਅਭੀ ਘਰੋਂ ਰੋਟੀ ਖਾਣ ਗਈ ਤੇ ਕੱਲੀ ਉਹ ਰੋਟੀ ਖਾ ਕੇ ਆਈ ਹੈ, ਕਿਸੇ ਦੇ ਅੰਦਰ ਨਹੀਂ ਆਇਆ ਹੈ। ਇੱਕ ਗੈਰ ਜਾਤੀ ਚੋਂ ਆਈ ਆ ਹੈ, ਸਾਡੀ ਇੱਕ ਵਿਸ਼ਵਾਸੀ ਭੈਣ ਆ, ਅਸੀਂ ਇਹਨੂੰ ਨਾਲ ਲੈ ਕੇ ਜਾਈਏ ਤੇ ਨਾਲ ਲੈ ਕੇ ਆਈਏ, ਇਕੱਠੇ ਰੋਟੀ ਖਾ ਕੇ। ਪਰ ਕਿਸੇ ਦੀ ਬੁੱਧੀ ਹੋਵੇ ਤੇ ਕੰਮ ਕਰੇ ਨਾ ਹੈ। ਬਸ ਸਭ ਨੂੰ ਆਪਣੀ ਆਪਣੀ ਦੌੜ ਲੱਗੀ ਵੀ ਖਾ ਕੇ ਆਈਏ, ਭੁੱਖ ਬੜੀ ਲੱਗੀ ਹੈ। ਇੱਕ ਵਾਰੀ ਗੱਡੀ 'ਚ ਮੈਨੂੰ ਆਪ ਲੋਕਾਂ ਦੇ ਜੀਵਨ ਦੇ ਬਾਰੇ ਬੋਲਦਾ ਹੈ, ਕਹਿੰਦਾ ਪਾਸਟਰ ਜੀ ਇੰਨੇ ਸਾਲ ਹੋ ਗਏ ਇਹਨਾਂ ਦੇ ਜੀਵਨ 'ਚ ਕੋਈ ਹੈ ਹੀ ਨਹੀਂ ਹੈ, ਕੋਈ ਬਚਨ ਮੈਨੂੰ ਦਿਖਾਈ ਨਹੀਂ ਦਿੰਦਾ ਹੈ। ਫਿਰ ਮੈਂ ਉਸਨੂੰ ਦੱਸਿਆ, ਪ੍ਰਭੂ ਦੇ ਅੱਗੇ ਪ੍ਰਾਰਥਨਾ ਵੀ ਕੀਤੀ
ਉਹ ਜਦੋਂ ਗੱਲ ਕਰ ਰਹੀ ਮੈਂ ਮਨ ਹੀ ਮਨ ਪ੍ਰਾਰਥਨਾ ਵੀ ਕਰ ਰਿਹਾ ਸੀ ਹੈਂ। ਤੇ ਮੈਂ ਉਸ ਨੂੰ ਫਿਰ ਦੱਸਿਆ ਪ੍ਰਭੂ ਯਿਸੂ ਦੇ ਪਿੱਛੇ 4 ਤਰ੍ਹਾਂ ਦੇ ਲੋਕ ਨੇ ਜਿਹੜੇ ਚੱਲਦੇ ਸੀਗੇ। ਇੱਕ ਤੇ ਬਿਮਾਰੀ ਤੋਂ ਚੰਗਾਈ ਲੈਣ ਵਾਲੇ, ਦੂਸਰਾ ਯਿਸੂ ਦੀਆਂ ਗਲਤੀਆਂ ਫੜਨ ਵਾਲੇ, ਤੀਸਰਾ ਯਿਸੂ ਰੋਟੀ ਦੇ ਤੇ ਬਰਕਤ ਦਿੰਦਾ ਸੀ ਤੇ ਉਹ ਖਾਂਦੇ ਸੀ, ਚੌਥਾ ਜਿਹੜੇ ਸੀਗੇ ਉਹ ਯਿਸੂ ਦੇ ਪਿੱਛੇ ਚੱਲਣ ਵਾਲੇ ਸੀ। ਮੈਂ ਕਿਹਾ ਇੱਕ ਯਿਸੂ ਦੀ ਕਲੀਸਿਆ ਆ ਜਿੱਥੇ ਇੱਕ ਵਿਅਕਤੀ ਕੋਈ ਵੀ ਪਾਪ ਕਰਕੇ ਆਏਗਾ, ਮਾਫੀ ਮੰਗ ਲੇਗਾ ਤੇ ਪ੍ਰਭੂ ਫਿਰ ਉਹਨੂੰ ਗਲੇ ਨਾਲ ਲਾਏਗਾ। ਕਿਉਂ? ਕਿਉਂਕਿ ਅੱਜ ਕਿਰਪਾ ਦਾ ਯੁੱਗ ਆ, ਫਜ਼ਲ ਦਾ ਯੁੱਗ ਆ। ਪ੍ਰਭੂ ਸਹੀ ਜਾ ਰਿਹਾ, ਬਰਦਾਸ਼ਤ ਕਰੀ ਜਾ ਰਿਹਾ, ਲੇਕਿਨ ਅਸੀਂ ਮਤਲਬ ਕੀ ਹੈ ਕਿ ਕਰੀ ਜਾ ਰਹੇ ਹਾਂ, ਜੋ ਕਰਨਾ ਅਸੀਂ ਕਰੀ ਜਾ ਰਹੇ ਹਾਂ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਜਦੋਂ ਵਚਨ ਨੂੰ ਸਮਝ ਕੇ ਚੱਲਾਂਗੇ, ਮੈਂ ਵੇਖਿਆ ਹੈ ਬਾਈਬਲ 'ਚ ਵੀ ਲਿਖਿਆ, ਪ੍ਰਭੂ ਦੇ ਦਾਸ ਵੀ ਕੈਪਟਨ ਸਾਹਿਬ ਲੜਕੀਆਂ ਨੂੰ ਵੀ ਕਰਨਾ ਵੀ ਕਹਿਣਾ ਵੀ ਤੁਸੀਂ ਨਾ ਮੇਕਅਪ ਕਰੋ, ਮੱਥੇ ਦੇ ਤੇ ਕੰਨਾਂ 'ਚ ਉਂਗਲੀਆਂ 'ਚ ਚੂੜੀਆਂ ਵੀ ਪਾਉਣੀਆਂ, ਛਾਪ ਵੀ ਹੈ, ਤੇ ਹਿੰਦੂਆਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਵਚਨ ਦੱਸਣਾ ਹੈ। ਇਸ ਕਰਕੇ ਪ੍ਰਭੂ ਦੇ ਵਚਨ 'ਚ ਲਿਖਿਆ ਮੈਂ ਸਭ ਦੇ ਲਈ ਕੀ ਬਣਿਆ, ਸਭ ਕੁਝ ਬਣਿਆ ਕਿ ਕਿਸੇ ਇੱਕ ਨੂੰ ਮਸੀਹ ਵਿੱਚ ਕੀ ਕਰਾਂ, ਖਿੱਚ ਲਿਆਵਾਂ। ਤੇ ਜੇ ਉਹ ਸਾਧਮਰਾ ਦੀਆਂ ਬਣ ਕੇ ਜਾਣਗੀਆਂ ਤੇ ਉਹਨਾਂ ਨੂੰ ਕੋਈ ਘਰ ਹੀ ਨਹੀਂ ਵੜਨ ਦੇਗਾ, ਕਿਉਂਕਿ ਲੋਕਾਂ ਨੂੰ ਪਤਾ ਆ ਕਿ ਇਹ ਜਿਹੜੇ ਆ ਇਹ ਕੁਛ ਲਾਉਂਦੇ ਪਾਉਂਦੇ ਨਹੀਂ ਆ। ਇਸ ਕਰਕੇ ਅਸੀਂ ਕਿਸੇ ਨੂੰ ਮਸੀਹ 'ਚ ਲਿਆਉਣ ਦੀ ਜਗ੍ਹਾ ਅਸੀਂ ਉਹਦੇ ਲਈ ਕੀ ਕਰਦੇ ਆ, ਇੱਕ ਠੋਕਰ ਦਾ ਕਾਰਨ ਬਣਦੇ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਅੱਛੀ ਤਰ੍ਹਾਂ ਸਮਝਣਾ। ਅਸੀਂ ਪ੍ਰਭੂ ਵਿੱਚ ਕੀ ਆ ਨਹੀਂ ਚੱਲ ਰਹੇ, ਯਤਨ ਹੀ ਨਹੀਂ ਕਰਦੇ। ਅਸੀਂ 95% ਸੰਸਾਰ 'ਚ ਤੇ 5% ਪਰਮੇਸ਼ਰ 'ਚ ਚੱਲਣ ਦੇ। ਇਸ ਕਰਕੇ ਬਹੁਤ ਸਾਰੇ ਪਾਸਟਰ ਨੇ ਜਿਹੜੇ ਕਿਸੇ ਦੀ ਮੌਤ ਹੋ ਜਾਏ ਤੇ ਦਸਵਾਂ ਕਰਦੇ, ਕੁਝ ਵੀ ਕਰਦੇ ਆ, ਤੇ ਉੱਥੇ ਦਾਨ ਚੰਦਾ ਬੜਾ ਹੁੰਦਾ ਆ। ਇਸ ਮਤਲਬ ਦੇ ਲਈ ਉਹ ਕੀ ਕਰਦੇ ਆ, ਮੀਟਿੰਗ ਕਰਦੇ ਆ। ਲੇਕਿਨ ਮੈਂ ਕਿਸ ਮਤਲਬ ਨਾਲ ਕਰਦਾ ਆ ਕਿ ਸਭ ਲੋਕ ਕੀ ਕਰਨਗੇ, ਪਰਮੇਸ਼ਵਰ ਦਾ ਵਚਨ ਸੁਣਨਗੇ। ਮੈਂ ਇਸ ਮਤਲਬ ਨਾਲ ਨਹੀਂ ਕਿ ਦਾਨ, ਤੁਸੀਂ ਦੇਖਿਆ ਹੋਏਗਾ ਜਦੋਂ ਇਹ ਸਭੋ ਦੀ ਸੱਸ ਮਰ ਗਈ ਤੇ ਮੀਟਿੰਗ ਕੀਤੀ, ਮੈਂ ਪਹਿਲਾਂ ਹੀ ਬੇਨਤੀ ਕੀਤੀ ਸਭ ਦੇ ਅੱਗੇ ਵੀ ਕਿਸੇ ਦੇ ਇੱਥੇ ਕੋਈ ਪੈਸਾ ਨਹੀਂ ਰੱਖਣਾ, ਕਿਉਂਕਿ ਅੱਜ ਦਾ ਦਿਨ ਦਾਨ ਲੈਣ ਦਾ ਦਿਨ ਨਹੀਂ ਹੈ। ਤੁਹਾਡੇ ਚੋਂ ਸ਼ਾਇਦ ਕਿਸੇ ਨੂੰ ਯਾਦ ਹੋਏਗਾ, ਲੇਕਿਨ ਫਿਰ ਵੀ ਲੋਕ ਨਹੀਂ ਟਲੇ। ਮੈਂ ਸਾਰੇ ਇਕੱਠੇ ਕਰਕੇ ਜਿਹੜਾ ਲਾਗੇ ਬੈਠਾ ਸੀ ਉਹਨੂੰ ਸਾਰੇ ਦੇ ਦਿੱਤੇ। ਉਹ ਮੇਰੇ ਮੂੰਹ ਵੱਲ ਵੇਖ ਕੇ ਕਹਿੰਦਾ ਮੈਂ ਪਹਿਲਾ ਪਾਸਟਰ ਵੇਖਿਆ ਹੈ ਜਿਹੜਾ ਪੈਸੇ ਨਹੀਂ ਲੈਣ ਡਿਆ। ਮੈਂ ਕਿਹਾ ਨਹੀਂ, ਮੈਂ ਨਹੀਂ ਪੈਸੇ ਇਹੋ ਜਿਹੇ ਲੈਂਦਾ। ਇਸ ਕਰਕੇ ਭੈਣ ਛਿੰਦਰ ਨੇ ਪਤਾ ਨਹੀਂ 100 ਰੁਪਇਆ ਦਿੱਤਾ ਸੀ, ਉਹ ਮੈਂ ਰੱਖਿਆ ਸੀਗਾ। ਉਹ ਉਹਦੇ ਤੇ ਨਹੀਂ ਰੱਖਿਆ, ਮੇਰੇ ਹੱਥ 'ਚ ਦਿੱਤਾ ਸੀ, ਉਹ ਮੈਂ ਆਪਣੀ ਜੇਬ 'ਚ ਪਾਇਆ ਸੀ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਫਿਰ ਕਬਰਾਂ 'ਚ ਜਦੋਂ ਦਫਨ ਕਰਨ ਗਏ ਉਦੋਂ ਵੀ ਸਾਰਿਆਂ ਨੇ ਆਪਣੇ ਆਪਣੇ ਪਰਸ ਕੱਢ ਲਏ, ਜੇਬ 'ਚੋਂ ਪੈਸੇ ਕੱਢਣ ਲੱਗ ਪਏ। ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਇਹ ਕੋਈ ਦਾਨ ਲੈਣ ਦਾ ਟਾਈਮ ਨਹੀਂ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਜਿੱਥੇ ਵੀ ਕਿਤੇ ਜਾਣਾ ਆ ਉਸ ਯਿਸੂ ਦੇ ਕੰਮਾਂ ਨੂੰ ਪ੍ਰਗਟ ਕਰਨਾ ਹੈ, ਕੋਈ ਜੀਵਨ ਦਾ ਅੱਛਾ ਨਮੂਨਾ ਦੇ ਕੇ ਆਉਣਾ ਹੈ। ਹੁਣ ਵੀ ਉਹ ਬੰਟੀ ਦਾ ਸਾਲਾ ਹਸਪਤਾਲ ਹੀ ਤੇ ਮੈਂ ਪ੍ਰਾਰਥਨਾ ਕਰਦਾ ਸੀਗਾ ਤੇ ਪ੍ਰਭੂ ਨੇ ਕਿਰਪਾ ਕਰਤੀ, ਹੁਣ ਪਹਿਚਾਨਣ ਲੱਗ ਪਿਆ ਹੈ। ਉਹਦਾ ਸਾਰਾ ਅੱਗੋਂ ਸਿਰ ਪਾੜਿਆ, ਆਪਰੇਸ਼ਨ ਹੋਇਆ।
ਤੇ ਮੈਨੂੰ ਪ੍ਰਭੂ ਨੇ ਅਗਵਾਈ ਕੀਤੀ ਤੇ ਮੈਂ 500 ਰੁਪਇਆ ਫਿਰ ਉਹਨੂੰ ਦੇ ਕੇ ਆਇਆ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ, ਅਸੀਂ ਆਪਣੇ ਜੀਵਨ ਦੇ ਉੱਤੇ ਗੌਰ ਕਰਕੇ ਦੇਖੀਏ ਸਾਡਾ ਜੀਵਨ ਕੀ ਹੈ। ਪ੍ਰਭੂ ਮੈਂ ਸਿੱਧ ਹੋਣਾ ਚਾਹੁੰਦਾ ਆ, ਮੈਂ ਸਿੱਧ ਹੋਣਾ ਚਾਹੁੰਦੀ ਆ, ਮੈਂ ਕਾਮਿਲ ਹੋਣਾ ਚਾਹੁੰਦੀ ਆ, ਮੈਂ ਕਾਮਿਲ ਹੋਣਾ ਚਾਹੁੰਦਾ ਹੈ। ਯਤਨ ਆਪਾਂ ਕੋਈ ਕਰਨਾ ਨਹੀਂ, ਦੁਆ 'ਚ ਵਰਡ ਕੀ ਕਰਦੇ ਰਹਿਣਾ, ਬੋਲਦੇ ਰਹਿਣਾ। ਇਸ ਕਰਕੇ ਜਿਹੜਾ ਚੱਲਦਾ ਨਾ ਉਹ ਪ੍ਰਭੂ ਦੇ ਘੁਟਨੇ ਟੇਕ ਕੇ ਧੰਨਵਾਦ ਕਰਦਾ, ਪ੍ਰਭੂ ਤੇਰਾ ਧੰਨਵਾਦ ਜੋ ਮੈਂ ਤੇਰਾ ਵਚਨ ਸੁਣਿਆ, ਮੈਨੂੰ ਉਸ ਦੇ ਲਈ ਚੱਲਣ ਦੀ ਕਿਰਪਾ ਬਖਸ਼ੀ। ਇਸ ਕਰਕੇ ਇਸ ਸੰਸਾਰ ਦੇ ਵਿੱਚ ਚੱਲਦੇ ਸਮੇਂ ਅੱਜ ਬਹੁਤ ਸਾਰੇ ਵਿਸ਼ਵਾਸ 'ਚ ਨਾ ਆਉਣ ਦਾ ਕਾਰਨ ਸਾਡਾ ਜੀਵਨ ਬਣ ਜਾਂਦਾ ਹੈ। ਇਸ ਕਰਕੇ ਸੰਸਾਰ 'ਚ ਚੱਲਦੇ ਸਮੇਂ ਪੜਾਂਗੇ ਪਰਮੇਸ਼ਰ ਦੇ ਵਚਨ 'ਚੋਂ ਪਹਿਲਾ ਕਰੰਥੀ 9 ਅਧਿਆਏ 27 वचन तो पढ़िए। पहला ग्रंथी 9 ਦਾ 27। ਸਗੋਂ ਆਪਣੇ ਸਰੀਰ ਨੂੰ ਮਾਰਦਾ, ਕੁੱਟਦਾ ਅਤੇ ਉਹਨੂੰ ਆਪਣੇ ਵਸ ਵਿੱਚ ਲਿਆਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ आप अपरवान हो जाऊं। हिंदी जो पढ़ना। परंतु मैं अपनी देह को मारता, कुटता और अपने वश में लाता हूँ, ऐसा न हो कि औरों को प्रचार करके मैं आप ही किसी रीति से निकम्मा ठहरूं। देह ਨੂੰ ਮਾਰਨ ਦਾ ਮਤਲਬ ਕਿ ਦੇਹ ਦੀਆਂ ਪ੍ਰਾਣ ਦੀਆਂ ਬਿਲਾਸ਼ਾਂ ਨੂੰ ਮਾਰਨਾ ਹੈ। ਅਸੀਂ ਮਾਰਦੇ ਆ, ਅਸੀਂ ਮਾਰਦੇ ਨਹੀਂ ਆ। ਮੈਨੂੰ ਆਹ ਬੜਾ ਵਧੀਆ ਲੱਗੂਗਾ, ਮੈਨੂੰ ਆਹ ਬੜੀ ਵਧੀਆ ਚੀਜ਼ ਲੱਗੂਗੀ, ਮੈਨੂੰ ਆਹ ਬੜੀ ਵਧੀਆ ਲੱਗੂ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਜਦੋਂ ਵਚਨ ਨੂੰ ਸਮਝ ਕੇ ਚੱਲਾਂਗੇ ਤਾਂ ਹੀ ਕੀ ਕਰਾਂਗੇ, ਆਪਣੇ ਪ੍ਰਾਣ ਦੀਆਂ ਕਾਮਨਾ ਨੂੰ ਮਾਰਾਂਗੇ। ਸਾਡੇ ਰਾਜਪਾਲ ਦੇ ਪਰਲੇ ਕਮਰੇ ਸੱਪ ਆ ਜੇ ਤੇ ਰਾਜਪਾਲ ਕਹੇਗਾ ਚਲੋ ਕੋਈ ਗੱਲ ਨਹੀਂ ਕਵਲ ਤੂੰ ਇੱਧਰ ਨਿਆਣੇ ਲੈ ਕੇ ਸੌਂ ਜੀ ਤੇ ਚੱਲ ਉਧਰ ਨਾ ਸੌਵੀਂ, ਆਪੇ ਘੁੰਮ ਫਿਰ ਕੇ ਚੱਲ ਜੂ, ਦਰਵਾਜ਼ਾ ਖੁੱਲਾ ਛੱਡ ਦੀ। ਅਹੀਂ ਉਹ ਸੱਪ ਨੂੰ ਜਿੰਨੀ ਦੇਰ ਤੱਕ ਕੀਆ ਉਹਦਾ ਸਿਰ ਫੇਂਕ ਕੇ ਉਹਨੂੰ ਮਾਰ ਕੇ ਟੋਇਆ ਪੁੱਟ ਕੇ ਨੱਪ ਨਹੀਂ ਦਿੰਦੇ, ਉਨੀ ਦੇਰ ਤੱਕ ਕੀਆ ਸਾਨੂੰ ਚੈਨ ਨਹੀਂ ਆਏਗਾ। ਮੰਨ ਲਓ ਉਹ ਨਿਕਲ ਵੀ ਗਿਆ ਆ, ਫਿਰ ਵੀ ਸਾਡੇ ਅੰਦਰ ਡਰ ਰਹਿਣਾ ਆ ਕਿ ਇਹ ਚੀਜ਼ 'ਚ ਨਾ ਵੜ ਗਿਆ ਏ, ਬੈੱਡ 'ਚ ਨਾ ਵੜ ਗਿਆ ਏ, ਕੱਪੜਿਆਂ 'ਚ ਨਾ ਵੜ ਗਿਆ ਏ, ਏਦਾਂ ਹੀ ਟੰਗੇ ਆ ਤੇ ਇਹਨੂੰ ਵੀ ਚੁੱਕਣ ਲੱਗਿਆ ਡਰ ਲੱਗੂਗਾ ਕਿਤੇ ਵਿੱਚ ਨਾ ਵੜਿਆ ਏ ਜੇਬ। ਇੱਕ ਮਨ ਨੂੰ ਸ਼ਾਂਤੀ ਉਦੋਂ ਹੁੰਦੀ ਆ ਜਦੋਂ ਨੂੰ ਮਾਰ ਕੇ ਟੋਇਆ ਪੁੱਟ ਕੇ ਕੀ ਕਰਦੇ ਆ, ਇਹ ਹੁੰਦਾ ਵੀ ਨਹੀਂ ਹੁਣ ਨਹੀਂ ਕੋਈ ਡਰ। ਇਸੇ ਤਰ੍ਹਾਂ ਹੀ ਆਪਣੇ ਅੰਦਰ ਦੀਆਂ ਕਾਮਨਾ ਨੂੰ, ਅਭਿਲਾਸ਼ਾ ਨੂੰ ਕੀ ਕਰਨਾ, ਮਾਰਨਾ। ਇਹ ਆ ਮਸੀਹ ਜੀਵਨ। ਤੇ ਸ਼ੈਤਾਨ ਦੀ ਸਿੱਖਿਆ ਕੀ ਆ, ਮਨ ਸਾਫ਼ ਹੋਣਾ ਚਾਹੀਦਾ ਹੈ। ਬਾਹਰੀ ਸਰੀਰ ਤੇ ਭਾਵੇਂ ਜੋ ਮਰਜ਼ੀ ਲਾਓ ਪਾਓ, ਤੇ ਯਿਸੂ ਮਸੀਹ ਕੀ ਕਹਿੰਦੇ, ਅੰਦਰੋਂ ਹੀ ਤੇ ਸਭ ਕੁਝ ਨਿਕਲਦਾ ਆ। ਅੰਦਰੋਂ ਹੀ ਤੇ ਆਉਂਦਾ ਹੈ, ਸਭ ਕੁਝ ਨਿਕਲਦਾ ਹੈ। ਇਸ ਕਰਕੇ ਅਸੀਂ ਜਦੋਂ ਪ੍ਰਭੂ ਦੇ ਵਚਨ ਨੂੰ ਸਮਝ ਕੇ ਚੱਲਾਂਗੇ ਨਾ, ਅਸੀਂ ਇਸ ਜਿੱਦਾਂ ਸੱਪ ਨੂੰ ਮਾਰ ਕੇ ਟੋਇਆ ਪੁੱਟ ਕੇ ਨੱਪਦੇ ਆ ਨਾ, ਇਸ ਤਰ੍ਹਾਂ ਸਾਡੇ ਸਰੀਰ 'ਚ ਬੜੇ ਸੱਪ ਆ ਇੱਛਾਵਾਂ ਦੇ, ਬੜੇ ਸੱਪ ਨੇ ਕਾਮਨਾ ਦੇ। ਇਹਨਾਂ ਨੂੰ ਅਸੀਂ ਖੁਦ ਮਾਰਨਾ ਆ ਜੇ ਅਸੀਂ ਯਿਸੂ ਦੀ ਦੁਲਹਨ 'ਚ ਕੀ ਹੋਣਾ ਆ, ਸ਼ਾਮਲ ਹੋਣਾ। ਜੇ ਅਸੀਂ ਸਵਰਗ ਦੇ ਵਿੱਚ ਜਾਣਾ ਆ ਤੇ
ਇਹ ਨਹੀਂ ਆ ਕਿ ਅਸੀਂ ਮਤਲਬ ਕੀ ਆ ਕਿ ਸਾਰਾ ਸੰਸਾਰ ਅੰਦਰ ਵਾੜਿਆ ਤੇ ਮੂੰਹ ਤੋਂ ਬੜਾ ਹੀ ਨਾਮ ਜਪੀਏ ਉਹਦਾ। ਹਾਂਜੀ, ਅੱਜ ਮੈਨੂੰ ਬੰਟੀ ਦੱਸਣ ਡਿਆ ਸੀ, ਮੈਂ ਅੱਜ ਉਹ ਵੀਡੀਓ ਵਿਖਾਈ ਨਾ ਉਹ ਕੁੜੀ ਦੀ, ਕਹਿੰਦਾ ਪਾਸਟਰ ਜੀ ਇੱਕ ਅੰਗਰੇਜ਼ ਲੜਕੀ ਆ, ਹੈ ਉਹਨੇ ਪੂਰੀ ਬਾਈਬਲ ਹੀ ਪੜ੍ਹੀ ਆ, ਔਰ ਉਹ ਦੂਸਰੇ ਜਿਹੜੇ ਹੀ ਲੋਕ ਉਹਨੂੰ ਬਾਈਬਲ ਚੋਂ ਪੁੱਛਦੇ ਸੀ ਵੀ ਇਸ ਕਿਤਾਬ 'ਚ ਆ ਐਤ 'ਚ ਕੀ ਲਿਖਿਆ ਹੈ ਉਹ ਦੱਸੀ ਜਾਣ ਡਈ ਹੈ। ਉਹ ਆਪਣੇ ਵੱਲੋਂ ਤਾਂ ਦੱਸਣ ਲੱਗਾ ਕਿ ਪਾਸਟਰ ਜੀ ਉਹ ਲੜਕੀ ਨੂੰ ਪੂਰੀ ਬਾਈਬਲ ਆਉਂਦੀ ਆ। ਪੁੱਛਣ ਵਾਲੇ ਆਪਣਾ ਆਪਣਾ ਪੁੱਛਣ ਦੇ ਵੀ ਇਸ ਕਿਤਾਬ 'ਚ ਇਸ ਅਧਿਆਏ 'ਚ ਕੀ ਲਿਖਿਆ ਹੈ। ਮੈਂ ਫਿਰ ਉਹਨੂੰ ਦੱਸਿਆ, ਮੈਂ ਕਿਹਾ ਦੁਨੀਆ 'ਚ ਕੋਈ ਵਿਅਕਤੀ ਨਹੀਂ ਜਿਹੜਾ ਇਹ ਬਾਈਬਲ ਨੂੰ ਪੂਰੀ ਬਾਈਬਲ ਦਾ ਗਿਆਨ ਯਾਦ ਪ੍ਰਕਾਸ਼ ਛਾਂਦਾ ਹੋਵੇ, ਹੈ ਬਾਈਬਲ ਦੀਆਂ ਐਤਾਂ ਜਾਣ ਲੱਗ ਸਕਦਾ ਹੈ। ਮੈਂ ਕਿਹਾ ਸ਼ੈਤਾਨ ਨੂੰ ਬਾਈਬਲ ਦਾ ਪੂਰਾ ਕੀ ਆ ਗਿਆਨ ਹੈ, ਲਿਖਿਆ ਕੀ ਹੈ, ਕਿੱਥੇ ਕਿੱਥੇ ਲਿਖਿਆ ਹੈ। ਮੈਂ ਕਿਹਾ ਇਸ ਕਰਕੇ ਉਸ ਲੜਕੀ ਦੇ ਅੰਦਰ ਕੀ ਆ ਦੁਸ਼ਟਾ ਕੰਮ ਕਰਦਾ। ਇੱਕ ਆ ਗਿਆਨ ਬਣਾ ਕੇ ਰੱਖਣਾ ਤੇ ਇੱਕ ਆ ਆਪਣੇ ਜੀਵਨ 'ਚ ਪ੍ਰੈਕਟੀਕਲ ਕਰਕੇ ਚੱਲਣਾ। ਮੇਰੀ ਮਾਂ ਨੇ ਉਤਪਤੀ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ ਬਾਈਬਲ ਪੜ੍ਹੀ ਆ, ਪਰ ਉਹਨੇ ਗਿਆਨ ਨਹੀਂ, ਉਹਨੇ ਕੀ ਕੀਤਾ ਸਮਰਪਣ ਕੀਤਾ ਕਿ ਮੈਂ ਪ੍ਰਭੂ ਦੇ ਲੋਕਾਂ ਨੇ ਇੰਨਾ ਕਸ਼ਟ ਸਹਿਆ, ਮੈਂ ਵੀ ਸਹਿ ਕੇ ਚੱਲਣਾ। ਸਮਰਪਣ ਕਰਤਾ ਵੀ ਮੈਂ ਦਵਾਈ ਨਹੀਂ ਕਰਨੀ। ਸਮਰਪਣ ਕੀਤਾ ਮੇਰੇ ਸਾਹਮਣੇ ਨਹੀਂ, ਆਪਣੇ ਆਪ ਹੀ ਕਰਤਾ। ਤੇ ਮੈਨੂੰ ਕਹਿੰਦੀ ਮੇਰੇ ਲਈ ਪ੍ਰਾਰਥਨਾ ਕਰ ਕਿ ਮੈਂ ਇਸ ਸਮਰਪਣ 'ਚ ਪ੍ਰਭੂ 'ਚ ਬਣੀ ਰਹਾਂ, ਔਰ ਪ੍ਰਭੂ ਨੇ ਕਿਰਪਾ ਵੀ ਦਿੱਤੀ ਬਣੇ ਰਹਿਣ ਲਈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਪਰਮੇਸ਼ਰ ਦੇ ਵਚਨ ਨੂੰ ਸਮਝਦੇ ਹਾਂ, ਪਰ ਅਸੀਂ ਆਪਣੀਆਂ ਕਾਮਨਾ ਨੂੰ ਨਹੀਂ ਮਾਰਦੇ, ਇੱਛਾ ਨਹੀਂ ਮਾਰਦੇ। ਜਿਹੜਾ ਵਿਅਕਤੀ ਮਰੇਗਾ ਨਾ, ਸਮਝ ਲਓ ਕਿ ਉਹਦੇ ਅੰਦਰ ਕੀ ਆ ਜਗ੍ਹਾ ਬਣਦੀ ਜਾਊਗੀ। ਮੰਨ ਲਓ ਇਸ ਕਮਰੇ 'ਚ ਬੜਾ ਕੁਝ ਪਿਆ ਹੈ ਤੇ ਭਾਈ ਰਾਜਪਾਲ ਕਹੇਗਾ ਪਾਸਟਰ ਜੀ ਆ ਜਾਓ ਬਹਿ ਜਾਓ, ਹੈ ਤੇ ਬਹਿਣ ਲਈ ਕਿਤੇ ਕੀ ਨਹੀਂ ਹੈ, ਬਹਿਣ ਲਈ ਕੀ ਕਿਤੇ ਖਲੋਣ ਲਈ ਜਗ੍ਹਾ ਨਹੀਂ ਹੈ। ਹੁਣ ਰਾਜਪਾਲ ਨੇ ਵੇਖਣਾ ਆ ਕਿ ਪਾਸਟਰ ਜੀ ਸਾਡੇ ਘਰ ਆਏ ਆ, ਮੈਂ ਕਹਿ ਤੇ ਦਿੱਤਾ ਆ ਤੇ ਬਹਿਣ ਲਈ ਕਿਤੇ ਜਗ੍ਹਾ ਹੀ ਨਹੀਂ ਹੈਗੀ। ਰਾਜਪਾਲ ਕੀ ਕਰੇਗਾ, ਇੱਕ ਇੱਕ ਚੀਜ਼ ਹੈ ਕੱਢ ਕੇ ਬਾਹਰ ਮਾਰੇਗਾ। ਇਸੇ ਤਰ੍ਹਾਂ ਹੀ ਆਪਣੇ ਅੰਦਰ, ਸਾਡੇ ਅੰਦਰ ਵਚਨ ਕਿਉਂ ਨਹੀਂ ਠਹਿਰਦਾ ਹੈ, ਕਿਉਂ ਨਹੀਂ ਵਚਨ ਫਲ ਲੈ ਕੇ ਆਉਂਦਾ? ਕਿਉਂਕਿ ਸਾਡੇ ਅੰਦਰ ਬੜਾ ਕੁਝ ਪਿਆ ਹੈ। ਇਸ ਕਰਕੇ ਸਾਨੂੰ ਵਚਨ ਕੀ ਨਹੀਂ ਰਹਿੰਦਾ, ਯਾਦ ਹੀ ਨਹੀਂ ਰਹਿੰਦਾ। ਵਚਨ ਦੇ ਅਨੁਸਾਰ ਜੀਵਨ ਨਹੀਂ ਹੈ, ਕਿਉਂਕਿ ਉਹ ਕਾਮਨਾ ਹੀ ਐਡੀਆਂ ਖਤਰਨਾਕ ਆ ਕਿ ਉਹ ਵਚਨ ਨੂੰ ਵੀ ਕੀ ਆ ਸਾਡੇ ਜੀਵਨ 'ਚੋਂ ਡਿਲੀਟ ਮਾਰ ਦਿੰਦਾ, ਸ਼ੈਤਾਨ ਕੱਢ ਕੇ ਲੈ ਜਾਂਦਾ। ਕਿਉਂਕਿ ਅਸੀਂ ਵਚਨ ਨੂੰ ਜੀਵਨ 'ਚ ਲੈ ਕੇ ਥੋੜੀ ਚੱਲਣਾ। ਇਸ ਕਰਕੇ ਸਾਨੂੰ ਅੱਜ ਦਾ ਸੁਣਿਆ ਕੱਲ ਭੁੱਲ ਜਾਣਾ। ਇਸ ਕਰਕੇ ਹੁਣ ਮੈਂ ਪੁੱਛਾਂ, ਐਤਵਾਰ ਦਾ ਵਚਨ ਪੁੱਛਾਂ ਤੇ ਤੁਹਾਡੇ 'ਚੋਂ ਕਿਸੇ ਨੂੰ ਵੀ ਨਹੀਂ ਯਾਦ ਹੋਣਾ ਵੀ ਆਹ ਵਚਨ ਕਿੱਥੇ ਲਿਖਿਆ ਹੈ। ਕਿਉਂ? ਕਿਉਂਕਿ ਅਸੀਂ ਪ੍ਰਭੂ 'ਚ ਕੀ ਨਹੀਂ ਕਰਦੇ, ਚੱਲਦੇ ਨਹੀਂ। ਇਸ ਕਰਕੇ ਜਿਹੜਾ ਵਿਅਕਤੀ ਪ੍ਰਭੂ ਦੇ ਵਚਨ ਨੂੰ ਸਮਝ ਕੇ ਚੱਲਦਾ ਨਾ, ਉਹ ਆਪਣੀਆਂ ਕਾਮਨਾ ਨੂੰ ਮਾਰਦਾ ਹੈ। ਇਸ ਕਰਕੇ ਪ੍ਰਭੂ ਦਾ ਦਾਸ ਯਾਕੂਬ ਕੀ ਬੋਲਦਾ ਹੈ, ਇੱਕ ਵਚਨ ਪੜ੍ਹ ਕੇ ਸਮਾਪਤ ਕਰਾਂਗੇ। ਪਹਿਲਾ ਯਾਕੂਬ ਦੀ ਪੱਤਰੀ 1 ਅਧਿਆਇ ਦਾ 18 ਵਚਨ ਤੋਂ ਪੜ੍ਹੀਏ। ਉਹ ਆਪਣੀ ਹੀ ਮਨਸ਼ਾ ਤੋਂ ਸਾਨੂੰ ਸੱਚਾਈ ਦੇ ਵਚਨ ਨਾਲ ਜਨਮ ਦਿੱਤਾ
ਭਈ ਅਸੀਂ ਉਹਦੀਆਂ ਰਚਨਾ ਵਿੱਚੋਂ ਪਹਿਲੇ ਫਲ ਜਏ ਹੋਈਏ। ਪਹਿਲਾ 21 ਵਚਨ ਪੜਨਾ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਵਚਨ ਨੂੰ, ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਵੋ। ਹੁਣ ਵਚਨ ਕਿਉਂ ਨਹੀਂ ਅੰਦਰ ਕੰਮ ਕਰਦਾ? ਕਿਉਂਕਿ ਅੰਦਰ ਕੀ ਆ? ਗੰਦ ਤੇ ਮਨ ਤੇ ਬਦੀ ਦੀ ਵਾਫਰੀ। ਵਾਫਰੀ ਦਾ ਮਤਲਬ ਕੀ ਹੁੰਦਾ? ਬਹੁਤ ਜ਼ਿਆਦਾ। ਇਹਨੂੰ ਅਸੀਂ ਕੱਢ ਕੇ ਬਾਹਰ ਸੁੱਟਾਂਗੇ ਤੇ ਵਚਨ ਕੀ ਕਰੇਗਾ? ਆਪਣਾ ਕੰਮ ਕਰੇਗਾ। ਸਵੇਰੇ ਤੁਸੀਂ ਨਾ ਇੱਕ ਮੁੱਠ ਭਰ ਕੇ, ਜਦੋਂ ਕਿਤੇ ਬਾਹਰ ਨੂੰ ਜਾਏਗਾ ਰਾਜਪਾਲ, ਘਰੋਂ ਮੁੱਠ ਭਰ ਕੇ ਲੈ ਜਾਣਾ ਕਿਸੇ ਚੀਜ਼ ਦੀ, ਤੇ ਝਾੜੀ ਬੂਟੀਆਂ ਚ ਘਾਹ ਚ ਸੁੱਟ ਆਉਣਾ, ਵੇਖ ਲੈਣਾ ਕਿੰਨਾ ਕੁ ਬਲ ਦੇਗਾ। ਉਹ ਕਿੰਨਾ ਕੁ ਦੇਗਾ? ਕਿਤੇ ਪਹਿਲੀ ਗੱਲ ਉਹ ਉੱਗੇਗਾ ਨਹੀਂ, ਉਹ ਚਿੜੀਆਂ ਕਾਂ ਚੁੱਕ ਕੇ ਲੈ ਜਾਣਗੇ। ਜੇ ਉੱਗ ਗਿਆ ਤੇ ਘਾਹ ਦੇ ਵਿੱਚ ਉਹਦੀ ਜੜ ਦੀ ਪੂਰੀ ਮਜ਼ਬੂਤ ਹੋਣੀ, ਸੂਰਜ ਦੀ ਰੋਸ਼ਨੀ ਦੇ ਨਾਲ ਉਹ ਕੀ ਹੋ ਜਾਣਾ? ਸੁੱਕ ਜਾਣਾ ਇਹਨੇ। ਤੇ ਜੇ ਕਿਤੇ ਰਹਿ ਵੀ ਗਿਆ ਤੇ ਘਾਹ ਬੂਟੀ ਜਿਹੜੀ, ਉਹਨੇ ਕੀ ਕਰਨਾ? ਉਹਨੂੰ ਦਬਾ ਲੈਣਾ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਕਿਸਾਨ ਖੇਤ ਦੇ ਵਿੱਚ ਬੀਜ ਬੀਜਦੇ ਸਮੇਂ ਪਹਿਲਾਂ ਜ਼ਮੀਨ 'ਚ ਪਾਣੀ ਦਿੰਦਾ ਹੈ, ਫਿਰ ਹਲ ਵਾਹੁੰਦਾ ਹੈ, ਜ਼ਮੀਨ ਨੂੰ ਤਿਆਰ ਕਰਕੇ ਜਦੋਂ ਵੱਤਰ ਆਉਂਦੀ ਤੇ ਫਿਰ ਉਹਦੇ 'ਚ ਕੀ ਕਰਦਾ ਹੈ? ਇਹ ਹੁਣ ਆਪਣੇ ਹਿਰਦੇ ਦੀ ਜ਼ਮੀਨ ਨੂੰ ਤਿਆਰ ਕਰਨਾ ਤੁਹਾਡਾ ਕੰਮ ਹੈ। ਅਸੀਂ ਤੇ ਦੁਆ ਤੇ ਹੀ ਕਰਨੀ ਨਹੀਂ। ਅਸੀਂ ਜਦੋਂ ਇੱਥੇ ਆ ਗਏ, ਪ੍ਰਭੂ ਮੈਨੂੰ ਸ਼ੁੱਧ ਕਰ, ਪ੍ਰਭੂ ਮੈਨੂੰ ਪਵਿੱਤਰ ਕਰ, ਪ੍ਰਭੂ ਮੈਨੂੰ ਸ਼ੁੱਧ ਕਰ, ਪ੍ਰਭੂ ਮੈਨੂੰ ਕਾਬਿਲ ਕਰ। ਜ਼ਮੀਨ ਤਿਆਰ ਕਰਨ ਤੋਂ ਬਾਅਦ ਕਿਸਾਨ ਖੇਤ 'ਚ ਬੀਜ ਲੈ ਕੇ ਆਉਂਦਾ ਹੈ। ਤੇ ਅਸੀਂ, ਸਾਡੇ ਜੀਵਨ 'ਚ ਕੀ ਆ? ਇੰਨੀਆਂ ਝਾੜੀਆਂ ਬੂਟੀਆਂ ਨੇ, ਤਾਂ ਅਸੀਂ ਵਚਨ ਤੇ ਸੁਣਦੇ ਆ ਤੇ ਸਾਨੂੰ ਕੀ ਨਹੀਂ ਰਹਿੰਦਾ? ਯਾਦ ਹੀ ਨਹੀਂ ਰਹਿੰਦਾ। ਮੈਂ ਰੈਬੋ ਨੂੰ ਕਹਿਣ ਡਿਆ ਸੀ, ਮੈਂ ਰੈਬੋ, ਮੈਂ ਕਿਹਾ ਵੀ ਅਸੀਂ ਵਿਆਹ 'ਚ ਆਏ ਆ ਤੇ ਨਾ ਸਾਬੇ ਦੀ ਬੁੱਧੀ ਕੰਮ ਕੀਤੀ ਤੇ ਨਾ ਪ੍ਰਤਾਪੇ ਦੀ। ਇਸ ਸ਼ਾਦੀ 'ਚ ਪ੍ਰਭੂ ਦੇ ਦਾਸ ਨੇ ਆਉਣਾ ਹੈ। ਅਸੀਂ ਕੀ ਕਰਨਾ ਆ? ਪ੍ਰਭੂ ਦੇ ਦਾਸ ਨੂੰ ਖਾਣਾ ਖਵਾਉਣਾ, ਆਸ਼ੀਸ਼ ਲੈਣੀ ਹੈ। ਪਰ ਇਹਨਾਂ ਨੂੰ ਪਤਾ ਹੀ ਨਹੀਂ। ਕਿਦੋਂ ਅਚਾਨਕ ਸਾਹਮਣੇ ਆ ਗਏ ਤੇ ਜੈ ਮਸੀਹ ਦੀ ਪਾਤਸ਼ਾਹ ਜੀ, ਕਿਉਂਕਿ ਹੈ ਨਹੀਂ ਆ, ਉਹ ਚੀਜ਼ ਨਹੀਂ ਹੈਗੀ। ਸਾਰੀ ਆਸ਼ੀਸ਼ ਕੌਣ ਲੈ ਗਿਆ? ਰੈਬੋ ਤੇ ਦਾਨੀਏਲ, ਜਿਹੜਾ ਇਹ ਭੈਣ ਦੀ ਭੈਣ ਦਾ ਘਰ ਵਾਲਾ ਹੈ। ਉਹ ਕਹਿੰਦਾ ਪਾਤਸ਼ਾਹ ਜੀ ਇੱਥੇ ਬੈਠੋ, ਤੁਸੀਂ ਅਸੀਂ ਸਭ ਕੁਝ ਲੈ ਕੇ ਆਉਂਦੇ। ਮੈਂ ਆਰਾਮ ਨਾਲ ਕੁਰਸੀ ਤੇ ਬੈਠਾ, ਇਹ ਇੰਜੋਏ ਕਰਨ ਲਈ ਸ਼ਾਦੀ। ਇਸ ਕਰਕੇ ਇਹ ਕੋਈ ਦੱਸੇ ਤੇ ਫੇਰ ਨਹੀਂ, ਸਾਡੇ ਆਪਣੇ ਅੰਦਰ ਹੀ ਇਹ ਚੀਜ਼ ਆਉਣੀ ਹੈ। ਇਸ ਕਰਕੇ ਇਹ ਕਿੱਦਾਂ ਬੁੱਧੀ ਖੁੱਲਦੀ ਆ? ਜਦੋਂ ਸਾਡੇ ਅੰਦਰ ਵਚਨ ਹੁੰਦੇ। ਮੈਂ ਪਤਾਪੁਰ ਜਾਣਾ, ਇਹ ਵੀ ਜਾਂਦਾ, ਇਹਨੂੰ ਪੁੱਛੋ ਕੀ ਕਰਨਾ ਹੈ ਉਹਨੇ? ਪ੍ਰਗਟ ਨਹੀਂ, ਅਜੇ ਵਚਨ ਇੰਨਾ ਨਹੀਂ, ਹੁਣ ਥੋੜਾ ਜਾਣਨ ਲੱਗੇ। ਪ੍ਰਾਰਥਨਾ ਸਮਾਪਤ ਹੁੰਦੀ ਨਾ, ਪਾਣੀ ਗਰਮ ਕਰਕੇ ਲਿਆਉਣਾ, ਪਾਤਸ਼ਾਹ ਜੀ ਹੱਥ ਧੋਵੋ, ਤੌਲੀਆ ਰੱਖਿਆ ਆ, ਰੋਟੀ ਸਭ ਤੋਂ ਪਹਿਲਾਂ ਮੈਨੂੰ ਪਾ ਕੇ ਦੇਣੀ ਹੈ। ਇਸ ਕਰਕੇ ਅਸੀਂ ਵੇਖ ਕੇ ਵੀ ਸਾਡੀ ਬੁੱਧ ਨਹੀਂ ਖੁੱਲਦੀ। ਤੇ ਜੇ ਕਿਤੇ
ਹੱਥ ਧੁਆ ਲਈਏ ਤੇ ਫਿਰ ਤੌਲੀਆ ਲੱਭਦੇ ਫਿਰਦੇ ਆ ਕਿ ਕਿੱਥੇ ਆ। ਕਿਉਂਕਿ ਇਹ ਖੂਬੀਆਂ ਉਹਨਾਂ ਚ ਹੁੰਦੀਆਂ ਜਿਹੜੇ ਪ੍ਰਭੂ ਦੇ ਵਚਨ ਨੂੰ ਸਮਝ ਕੇ ਚੱਲਦੇ। ਇਸ ਕਰਕੇ ਇਹ ਚੀਜ਼ਾਂ ਐਵੇਂ ਨਹੀਂ ਮਿਲ ਜਾਂਦੀਆਂ ਹੈਂ। ਫਿਰ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ, ਦੁਬਾਰਾ ਪੜਨਾ 21 ਵਚਨ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਵਚਨ ਨੂੰ ਹਾਂ। ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰਨਾ। ਇਹਨੂੰ ਕਹਿੰਦੇ ਆ ਯਤਨ ਕਰਨਾ। ਇਹ ਨਹੀਂ ਆ ਕਿ ਬਹਿ ਕੇ ਮੂੰਹ ਤੋਂ ਜੋ ਮਰਜ਼ੀ ਬੋਲੀ ਜਾਏ। ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਕੀ ਕਰਨਾ? ਜਿਹੜਾ ਸੁਣਿਆ ਵਚਨ ਉਹਨੂੰ ਕੀ ਕਰਨਾ? ਨਰਮਾਈ ਨਾਲ ਕਬੂਲ ਕਰਨਾ ਹੈ। ਨਰਮਾਈ ਨਾਲ। ਇਸ ਕਰਕੇ ਮੈਨੂੰ ਮੇਰੀ ਮਾਂ ਦਾ ਪਤਾ ਸੀ ਹੈ। ਇੱਕ ਹਫ਼ਤਾ ਪਹਿਲਾਂ ਹੀ ਉਹਨੇ ਦੱਸਤਾ ਸੀ ਕਿ ਮੈਂ ਚਲੇ ਜਾਣਾ ਵਾ, ਹੁਣ ਮੇਰੀ ਤਿਆਰੀ ਹੈ। ਮੈਂ ਪੈਸੇ ਰੱਖੇ ਸੀ। ਹਾਂਜੀ, ਰੈਂਬੋ ਨੂੰ ਮੈਂ ਕਿਹਾ ਰੈਂਬੋ ਮੈਂ ਤੈਨੂੰ ਪੈਸੇ ਦੇਣਾ। ਕਹਿੰਦਾ ਨਹੀਂ ਪਾਸਟਰ ਜੀ, ਪੈਸੇ ਮੈਂ ਬਾਅਦ ਚ ਤੁਹਾਡੇ ਕੋਲ ਲਾਂਗਾ, ਮੈਂ ਸਾਰਾ ਕਰਨਾ ਸਾਰਾ ਅਰੇਂਜਮੈਂਟ। ਮੈਂ ਨਹੀਂ ਰੈਂਬੋ ਨੂੰ ਕਿਹਾ ਵੀ ਰੈਂਬੋ ਫਲਾਣੀ ਚੀਜ਼ ਕਿੰਨੇ ਦੀ ਆਈ, ਫਲਾਣੀ ਕਿੰਨੇ ਦੀ ਆਈ ਹੈ। ਜਿੰਨੇ ਪੈਸਾ ਖਰਚਾ ਆਇਆ ਮੈਂ ਸਾਰੇ ਦੇ ਦਿੱਤੇ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਅਸੀਂ ਪ੍ਰਭੂ ਦੇ ਜਦੋਂ ਵਚਨ ਨੂੰ ਸਮਝ ਕੇ ਚੱਲਾਂਗੇ ਨਾ, ਅਸੀਂ ਐਡਵਾਂਸ 'ਚ ਹੀ ਉਹ ਕੰਮ ਕਰਾਂਗੇ ਕਿ ਮੇਰੇ ਪ੍ਰਭੂ ਦੀ ਇਹ ਮਰਜ਼ੀ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਸਮਝ ਕੇ ਚੱਲਾਂਗੇ, ਅਸੀਂ ਉਹ ਚੀਜ਼ ਨੂੰ ਆਪਣੇ ਅੰਦਰੋਂ ਕੱਢਣਾ ਹੈ। ਪ੍ਰਭੂ ਆਪੇ ਹੀ ਸਾਰਾ ਕੁਝ ਕਰੇਗਾ। ਅਸੀਂ ਬਦੀ ਦੀ ਵਾਫਰੀ ਨੂੰ ਕੀ ਨਹੀਂ ਕਰਦੇ? ਕੱਢਦੇ ਨਹੀਂ, ਉਹਦੇ ਲਈ ਯਤਨ ਨਹੀਂ ਕਰਦੇ, ਤੇ ਫਿਰ ਵਚਨ ਨੇ ਸਾਡੇ ਜੀਵਨ 'ਚ ਕਿੱਥੋਂ ਕੰਮ ਕਰਨਾ ਹੈ। ਇਸ ਕਰਕੇ ਮੈਨੂੰ ਸਾਬੇ ਦੀ ਮੰਮੀ ਕਹਿਣ ਡਈ, ਭਾਜੀ ਹੁਣ ਤੁਹਾਨੂੰ ਖਰਚਾ ਜ਼ਿਆਦਾ ਪੈ ਗਿਆ। ਮੈਂ ਕਿਹਾ ਉਹ ਤੇ ਹੈ ਹੀ ਹੈ। ਅੱਗੇ ਮਾਮਾ ਪੈਨਸ਼ਨ ਲੈਂਦੀ ਸੀ, ਅਭੀ ਹੋਰਾਂ ਦਾ ਸਾਰਾ ਹੀ ਖਰਚਾ ਚੁੱਕਿਆ ਸੀ। ਮੈਂ ਸਿਰਫ ਐਤਵਾਰ 300 ਰੁਪਇਆ ਦਿੰਦਾ ਹੁੰਦਾ ਸੀ, ਬਾਕੀ ਸਾਰਾ ਖਰਚਾ ਮਾਮਾ ਨੇ ਚੁੱਕਿਆ ਸੀਗਾ। ਜਾਂ ਫਿਰ ਮੈਂ ਕਾਲਜ ਦਿੰਦਾ ਹੁੰਦਾ ਸੀ ਉਹਦੇ। ਲੇਕਿਨ ਹੁਣ ਮੇਰੇ ਤੇ ਸਾਰਾ, ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਪ੍ਰਭੂ ਸਾਰਾ ਕੁਝ ਮੁਹੱਈਆ ਕਰਨ ਦੀ ਸ਼ਕਤੀ ਰੱਖਦਾ ਹੈ ਪ੍ਰਭੂ। ਇਸ ਕਰਕੇ ਪਰਮੇਸ਼ਰ ਦਾ ਦੇਖੋ ਕਿੰਨਾ ਵੱਡਾ ਕੰਮ। ਕਹਿੰਦੀ ਮੈਨੂੰ ਦੱਸਦੀ ਸੀ ਵੀ ਮੈਂ ਨਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ। ਮੈਂ ਕਿਹਾ ਕਾਹਦੇ ਲਈ? ਕਿਉਂਕਿ ਕਾਸ਼ ਨੂੰ ਬੁਲਟ ਲੈ ਕੇ ਦਿੱਤਾ ਸੀ ਤੇ ਉਹਨੇ ਆਪਣੀ ਪੈਨਸ਼ਨ ਚੋਂ ਕਰਜ਼ਾ ਕਢਾਇਆ ਸੀ, ਲੋਨ ਲਿਆ ਸੀਗਾ, ਤੇ ਜਨਵਰੀ 'ਚ ਕੀ ਹੋ ਗਿਆ? ਉਹ ਖਤਮ ਹੋਣਾ ਸੀ। ਜਨਵਰੀ 'ਚ ਖਤਮ ਹੋ ਗਿਆ ਕਰਜ਼ਾ, ਬੈਂਕ 'ਚੋਂ ਲੋਨ ਲਿਆ, ਤੇ ਫਰਵਰੀ 'ਚ ਆਪ ਪ੍ਰਭੂ ਕੋ ਕੀ ਹੋ ਗਈ ਹੈ। ਕਹਿੰਦੀ ਇੱਕ ਦਿਨ ਪ੍ਰਾਰਥਨਾ ਕਰਦੀ, ਕਹਿੰਦੀ ਪ੍ਰਭੂ ਨਾ ਤੇ ਮੇਰੇ ਸਿਰ ਤੇ ਕਰਜ਼ਾ ਰਹਿਣਾ, ਤੇ ਨਾ ਮੈਂ ਆਪਣੇ ਪੁੱਤ ਦੇ ਸਿਰ ਤੇ ਕਰਜ਼ਾ ਛੱਡ ਕੇ ਜਾਣਾ ਹੈ। ਜਦੋਂ ਕਰਜ਼ਾ ਲੱਥ ਜੂ ਤੂੰ ਮੈਨੂੰ ਲੈ ਜਾਣਾ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ ਕਿ ਮੈਂ ਕਰਜ਼ਾ ਨਹੀਂ ਛੱਡ ਕੇ ਜਾਣਾ। ਇੱਕ ਵਿਅਕਤੀ ਬਜ਼ੁਰਗਾਂ ਨੇ ਵਚਨ ਸੁਣ ਕੇ ਉਹਦੇ ਅੰਦਰ ਕੀ ਆ ਇੰਨਾ ਵਾ, ਤੇ ਸਾਡੇ ਅੰਦਰ ਕਿੰਨਾ ਹੋਣਾ ਹੈ। ਇਸ ਕਰਕੇ ਲਵਾਈ ਜਦੋਂ ਡਾਈਦੇ ਆ ਨਾ, ਤੇ ਲਵਾਈ ਵੀ ਖੁਸ਼ ਹੁੰਦੇ ਆ। ਤੇ ਮੈਂ ਇੱਕ ਗੱਲ ਹੀ, ਮੈਂ ਕਿਤੇ ਵੀ ਭਾਵੇਂ ਗੱਡੀ ਠੀਕ ਕਰਾਵਾਂ, ਭਾਵੇਂ ਸਕੂਟਰ ਠੀਕ ਕਰਾਵਾਂ, ਕੁਝ ਵੀ। ਹੁਣ ਵੀ ਮੈਂ ਸਕੂਟਰ ਵਾਲੇ ਜਿਹਦੇ ਕੋਲ ਮੈਂ ਸਰਵਿਸ ਕਰਾਉਣੀ, ਉਹਦੇ ਕੋਲ 60 ਰੁਪਏ ਲੈਣੇ ਆ, ਮੈਂ ਉਹਦੇ ਦੇਣੇ ਨਹੀਂ ਆ। ਕਿਉਂਕਿ ਵਚਨ 'ਚ ਕੀ ਲਿਖਿਆ? ਮਜ਼ਦੂਰ ਦੀ ਮਜ਼ਦੂਰੀ ਸੁੱਕਣ ਤੋਂ ਪਹਿਲਾਂ ਉਹਨੂੰ ਕੀ ਦੇਣਾ ਆ?
ਉਹਦੀ ਮਜ਼ਦੂਰੀ ਦੇਣੀ ਆ। ਮੈਂ ਪ੍ਰਾਰਥਨਾ ਭਵਨ ਅਭੀ ਘਰ ਟੈਲ ਲਵਾਈ ਛੱਤ ਤੇ ਹੈਂ, ਤੇ ਮੈਂ ਉਹਨਾਂ ਨੂੰ ਜੇ ਮੈਂ 12-1 ਵਜੇ 2 ਵਜੇ ਆਉਣਾ ਨਾ, ਮੈਂ ਉਹਨਾਂ ਨੂੰ ਦਿਹਾੜੀ ਦੇ ਕੇ ਆ ਜਾਣਾ, ਮਿਸਤਰੀ ਨੂੰ ਵੱਖਰੀ, ਮਜ਼ਦੂਰਾਂ ਨੂੰ ਵੱਖਰੀ। ਮੈਨੂੰ ਕਈ ਵਾਰੀ ਕਹਿਣਾ ਕੋਈ ਗੱਲ ਨਹੀਂ ਅੰਕਲ ਜੀ ਕੱਲ ਲੈ ਲਾਂਗੇ ਪਾਸਟਰ ਜੀ। ਮੈਂ ਕਹਿੰਦਾ ਮੈਂ ਆਪਣੇ ਪ੍ਰਭੂ ਦੇ ਵਚਨ ਨੂੰ ਜਾਣਦਾ ਹਾਂ। ਇਹ ਨਹੀਂ ਆ ਕਿ ਮਤਲਬ ਕੀ ਆ ਕਿ ਵਚਨ ਕੀ ਬੋਲਦਾ ਤੇ ਜੀਵਨ ਮੇਰਾ ਹੋ ਗਿਆ। ਇਸ ਕਰਕੇ ਅਸੀਂ ਜਦੋਂ ਵਚਨ ਨੂੰ ਸਮਝ ਕੇ ਚੱਲਾਂਗੇ ਤੇ ਅਸੀਂ ਆਪਣੀਆਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਾਂਗੇ। ਇਸ ਕਰਕੇ ਪੜ੍ਹੀਏ ਹੁਣ ਇਸ ਦਾ 18 ਵਚਨ। ਉਹਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ ਸੱਚਾਈ ਦੇ ਵਚਨ ਨਾਲ ਜਨਮ ਦਿੱਤਾ। ਉਹਨੇ ਆਪਣੀ ਹੀ ਮਨਸਾ ਨਾਲ ਜਾਂ ਇੱਛਾ ਨਾਲ ਸਾਨੂੰ ਸਚਾਈ ਦੇ ਵਚਨ ਤੋਂ ਜਨਮ ਦਿੱਤਾ। ਭਾਈ ਅਸੀਂ ਉਹਦੀ ਰਚਨਾ ਵਿੱਚੋਂ ਪਹਿਲੇ ਫਲ ਜੇ ਅਸੀਂ ਉਹਦੀ ਰਚਨਾ ਵਿੱਚੋਂ ਪਹਿਲੇ ਕੀ ਹੋਈਏ? ਫਲ ਜੇ ਹੋਈਏ। हिंदी च पढ़ना। उसने अपनी ही इच्छा से हमें सत्य के वचन के द्वारा, सत्य नहीं, सत्य, सत्य के वचन के द्वारा उत्पन्न किया, ताकि हम अपनी सृष्टि, उसकी सृष्टि की हुई वस्तुओं में से एक प्रकार के प्रथम फल हों। आप अच्छी तरह समझना। पृथ्वी दे ऊपर जिन्ने भी फल वाले दरखत है, जिन्ने भी पेड़ पौधे, मच्छियां, पंछी, जंगली जानवर आ, उन्हां सबना तो कीआं ही पहले फल जे बनना। असी एक उत्तम फल बनना है। दरखत ते दिंदा आ 6 महीनों बाद फल है कि साल बाद है। पर अही की देना है? अही कितने महीने बाद देना है? हर रोज उत्तम फल है ना। ते उत्तम फल का मतलब कि रोज फल देना। जे मैनू किसी ने गालां कढ़ियां ते उन्हें भी मेरे तो फल करना है। जे किसी ने मेरी बदनामी की ते उन्हें भी मेरे तो फल करना है। जे मैं किसी ने थप्पड़ मारे तो उन्हें भी फल करना है। पर वो खूबी साढ़े अंदर है ही नहीं, क्योंकि ये खूबी कितना होनी है? इस बच्चन के अनुसार चलना होनी है। इस करके परमेश्वर के वचन नूं आप अच्छी तरह समझना। पृथ्वी की हर एक वस्तु तो उत्तम की बनना, एक फल बनना। इस करके हंजीर का दरखत जिहड़ा आ उन्होंने साल च 10 महीने फल लगता है, पर मैनू ते तुहानू 12 महीने 24 घंटे की लगना है फल खाना। किसी ने प्रेम का फल खाना है, किसी ने आनंद का फल खाना है, किसी ने शांति का फल खाना है, किसी ने धीरज का खाना है। पर वो फल साढ़े अंदर होणगे ते खाएगा ना। इस करके ही की बनना आ, इन्हां कम्मां लई अही यतन करना है। वो यतन नहीं करना बा सवेरे शामी रात नूं इक्को जी प्रार्थना आ। हाँ जी, इस करके थोड़ी देर रख थक के मुड़ के की है यीशु मसीह दे नाम। क्योंकि अही की नहीं करते, अपने जीवन नूं रख के प्रार्थना नहीं करते, यतन नहीं करते। जो यतन करांगे तो फिर जिस तरह पालूस बोलता इनू मार मार के की करना, इनू बाहर कढ़ना, खत्म करना, इनू दोबारा नहीं लैके आना। इस करके संसार च चलते समय असी अपने जीवन के उत्ते गौर करके देखिए यतन का मतलब की है। ये नहीं है कि मतलब की है कि यतन कर लिया भी ऐतवार भी संगती च बह गए, मंगलवार भी, वीरवार भी बह गए, सवेरे शामी अपने अपने घर नाम जप लिया। ये की है जी, असीं यतन करन डे। ये कोई यतन नहीं है। ये तो डर दे मारे कोई सजा ना आ जाए, कोई शराब ना आ जाए, कोई नुकसान ना हो जाए, कोई दुष्ट आत्मा ना चंबड़ जाए,
ਕਿਤੇ ਮਰਨ ਤੋਂ ਬਾਅਦ ਆਤਮਾ ਨਾਲ ਨਰਕ 'ਚ ਚਲਦੀ, ਉਹ ਡਰ ਦੇ ਕਾਰਨ ਕੀ ਕਰਨ ਲਈ ਆਈ, ਇੰਨਾ ਕੁ ਕਰਨ ਲਈ ਹੈ। ਪਰਮੇਸ਼ਰ ਦੇ ਲੋਕਾਂ 'ਚ ਇਹ ਚੀਜ਼ ਨਹੀਂ ਹੋਣੀ ਵੀ ਮੈਂ ਡਰ ਦੇ ਕਾਰਨ ਸੰਗਤੀ ਕਰ ਰਿਹਾ। ਆइए अपनी अखा ਨੂੰ ਬੰਦ ਕਰੀਏ, ਸਿਰਾਂ ਨੂੰ ਖਾਈਏ, तो समझ आया कि ट्रांसलेशन